शरदा पूरी है, हर महीने भोग पवा के सेवा करना जरूरी है। मोमी पिंड दा गीत बनाया, मोमी पिंड दा गीत बनाया, जो लोकी हंडाउंदे ने पिंड ठट्टे दे लोकी दोस्तों जिंदगी आश बताउंदे ने, पिंड ठट्टे दे लोकी वीर नो। ਪਿੰਡ ਸਾਡਾ ਮਾਣਮੱਤਾ ਇਤਿਹਾਸ ਹੁੰਦਾ ਏ ਜਿਸ ਤੇ ਅਸੀਂ ਫਖਰ ਕਰਦੇ ਹਾਂ। ਸਾਨੂੰ ਜਨਮ ਦੇਣ ਵਾਲਾ, ਸਾਡੇ ਮਸਤਕ ਵਿੱਚ ਸੁਪਨੇ ਧਰਨ ਵਾਲਾ, ਸਾਡੀ ਜੀਵਨ ਸ਼ੈਲੀ ਵਿੱਚ ਮਾਨਵੀ ਕਦਰਾਂ ਕੀਮਤਾਂ ਦੀ ਧਰਮੀ ਫਸਲ ਉਪਜਾਉਣ ਵਾਲਾ ਅਤੇ ਸਾਡੇ ਨੈਣਾਂ ਵਿੱਚ ਦੂਰ ਦਸਹੱਦਿਆਂ ਦੇ ਸਿਰਨਾਵੇਂ ਧਰਨ ਵਾਲਾ ਪਿੰਡ ਸਾਡੀ ਸੋਚ ਦਾ ਹਮੇਸ਼ਾ ਕੇਂਦਰ ਬਿੰਦੂ ਰਹਿੰਦਾ ਏ। ਭਾਵੇਂ ਅਸੀਂ ਕਿੰਨੀਆਂ ਵੀ ਵੱਡੀਆਂ ਪ੍ਰਾਪਤੀਆਂ ਦਾ ਸਿਰਲੇਖ ਕਿਉਂ ਨਾ ਬਣ ਜਾਈਏ, ਮਨੁੱਖ ਦੀ ਸਭ ਤੋਂ ਵੱਡੀ ਅਕੀਦਤ ਆਪਣੇ ਪਿੰਡ ਦੀ ਮਿੱਟੀ ਨੂੰ ਸਜਦਾ ਕਰਨ ਦੀ ਹੁੰਦੀ ਏ, ਇਸ ਨੂੰ ਮੱਥੇ ਨਾਲ ਛੁਹਾਉਣ ਦੀ ਹੁੰਦੀ ਏ, ਜਿੱਥੇ ਬਜ਼ੁਰਗਾਂ ਦੀਆਂ ਅਸੀਸਾਂ ਅਤੇ ਮਾਵਾਂ ਦੇ ਆਸ਼ੀਰਵਾਦ ਸਾਨੂੰ ਉਡੀਕਦੇ ਨੇ। ਪਿੰਡ ਜਿੱਥੇ ਤੂਤ ਦੇ ਮੋਛੇ ਵਰਗੀਆਂ ਸਾਂਝਾਂ ਨੇ ਜੀਵਨ ਨੂੰ ਮਾਣ ਬਖਸ਼ਿਆ ਹੁੰਦਾ ਏ ਅਤੇ ਨਾਲ ਜੰਮਿਆਂ ਦੀਆਂ ਸ਼ੁਭ ਭਾਵਨਾਵਾਂ ਦੀ ਪੌਣ ਰੁਮਕਦੀ ਏ। ਪਿੰਡ ਨੂੰ ਇਸ ਗੱਲ ਦਾ ਮਾਣ ਹੁੰਦਾ ਏ ਕਿ ਉਸ ਦੇ ਜਾਇਆਂ ਨੇ ਦੂਰ ਦੂਰ ਤੀਕ 7 ਸਮੁੰਦਰੋਂ ਪਾਰ ਵੀ ਆਪਣੀ ਮਹਿਕ ਨੂੰ ਫੈਲਾਇਆ ਏ ਅਤੇ ਪਿੰਡ ਦੀ ਝੋਲੀ ਵਿੱਚ ਸੁਖਨ ਪਾਇਆ ਏ। ਆਪਣੀ ਮਾਣ ਮਰਿਆਦਾ ਨੂੰ, ਆਪਣੀ ਵਿਰਾਸਤ ਨੂੰ ਆਪਣੇ ਆਖਰੀ ਸਾਹਾਂ ਤੱਕ ਨਿਭਾਉਣ ਵਾਲਿਆਂ ਦੇ ਚੇਤਿਆਂ ਵਿੱਚ ਪਿੰਡ ਹਰਦਮ ਵਸਦਾ ਏ। ਪੰਜਾਬ ਦੇ ਜ਼ਿਲ੍ਹਾ ਕਪੂਰਥਲਾ ਦੀ ਤਹਿਸੀਲ ਸੁਲਤਾਨਪੁਰ ਦੇ ਵਿੱਚ ਇੱਕ ਅਜਿਹਾ ਇਲਾਕਾ ਹੈ ਜਿਸ ਨੂੰ ਬਾਰਾ ਕਿਹਾ ਜਾਂਦਾ ਹੈ। ਇਸ ਇਲਾਕੇ ਨੂੰ ਕੰਬੋਜ ਬਰਾਦਰੀ ਦੀ ਰਾਜਧਾਨੀ ਮੰਨਿਆ ਜਾਂਦਾ ਹੈ। ਇਸ ਇਲਾਕੇ ਵਿੱਚ ਇੱਕ ਬਹੁਤ ਹੀ ਇਤਿਹਾਸਿਕ ਪਿਛੋਕੜ ਵਾਲਾ ਨਗਰ ਹੈ ਪਿੰਡ ਠੱਟਾ। ਪਿੰਡ ਠੱਟਾ ਕਪੂਰਥਲਾ ਸ਼ਹਿਰ ਤੋਂ ਦੱਖਣ ਪੱਛਮ ਦਿਸ਼ਾ ਵਿੱਚ 18 ਕਿਲੋਮੀਟਰ, ਸੁਲਤਾਨਪੁਰ ਲੋਧੀ ਤੋਂ ਉੱਤਰ ਦਿਸ਼ਾ ਵਿੱਚ 17 ਕਿਲੋਮੀਟਰ, ਗੋਇੰਦਵਾਲ ਸਾਹਿਬ ਤੋਂ ਪੂਰਬ ਦਿਸ਼ਾ ਵਿੱਚ 14 ਕਿਲੋਮੀਟਰ ਅਤੇ ਹੁਸੈਨਪੁਰ ਰੇਲਵੇ ਸਟੇਸ਼ਨ ਤੋਂ ਪੱਛਮ ਦਿਸ਼ਾ ਵਿੱਚ 10 ਕਿਲੋਮੀਟਰ ਤੇ ਸਥਿਤ ਹੈ। ਮਹਾਨ ਕ੍ਰਾਂਤੀਕਾਰੀ ਬਾਬਾ ਵੀਰ ਸਿੰਘ ਜੀ ਨੌਰੰਗਾਬਾਦੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਬੜੇ ਵੱਡੇ ਤਪਸਵੀ, ਸੂਰਵੀਰ, ਸੁਧਾਰਕ ਅਤੇ ਮਹਾਂਪੁਰਖ ਹੋਏ ਨੇ। ਆਪ ਜੀ ਦੇ ਪਿਤਾ ਜੀ ਸਰਦਾਰ ਸੇਵਾ ਸਿੰਘ, ਸਰਦਾਰ ਨਿਹਾਲ ਸਿੰਘ ਅਟਾਰੀ ਵਾਲਾ ਦੀ ਫੌਜ ਵਿੱਚ ਨੌਕਰੀ ਕਰਦੇ ਸਨ, ਜੋ ਮੁਲਤਾਨ ਦੀ ਜੰਗ ਵਿੱਚ ਜਾਮੇ ਸ਼ਹਾਦਤ ਪੀ ਗਏ। ਉਹਨਾਂ ਦੀ ਥਾਂ ਬਾਬਾ ਵੀਰ ਸਿੰਘ ਜੀ ਨੂੰ ਫੌਜ ਵਿੱਚ ਭਰਤੀ ਕਰ ਲਿਆ ਗਿਆ, ਜਿਹੜੇ 4000 ਫੌਜ ਦੇ ਕਮਾਂਡਰ ਬਣੇ। ਆਪ ਫੌਜ ਦੀ ਸਖਤ ਡਿਊਟੀ ਵਿੱਚ ਵੀ ਜ਼ਿਆਦਾ ਸਮਾਂ ਭਜਨ ਸਿਮਰਨ ਵਿੱਚ ਜੁੜੇ ਰਹਿੰਦੇ। ਤਨਖਾਹ ਦਾ ਜ਼ਿਆਦਾ ਹਿੱਸਾ ਗਰੀਬਾਂ ਨੂੰ ਵੰਡ ਦਿੰਦੇ ਸਨ। ਆਪ ਦਾ ਮਨ ਫੌਜ ਦੀ ਨੌਕਰੀ ਵਿੱਚ ਨਾ ਲੱਗਾ ਤੇ ਆਪ ਨੇ ਨੌਕਰੀ ਛੱਡ ਦਿੱਤੀ। ਨੌਕਰੀ ਛੱਡ ਕੇ ਆਪ ਕੁਰੀ ਜ਼ਿਲ੍ਹਾ ਮੁਲਤਾਨ ਪਾਕਿਸਤਾਨ ਵਿਖੇ ਬਾਬਾ ਭਾਗ ਸਿੰਘ ਜੀ ਕੋਲ ਆ ਗਏ। ਬਾਬਾ ਭਾਗ ਸਿੰਘ ਜੀ ਨੇ ਆਪ ਨੂੰ ਲੰਗਰ ਦੀ ਸੇਵਾ ਸੌਂਪੀ। ਨਾਲ ਹੀ ਬਾਬਾ ਭਾਗ ਸਿੰਘ ਜੀ ਨੇ ਬਚਨ ਕੀਤੇ
ਕਿ ਤੁਹਾਡੇ ਘੋੜਿਆਂ ਦੇ ਤਬੇਲਿਆਂ ਦੀ ਗਿਣਤੀ ਨਹੀਂ ਕੀਤੀ ਜਾ ਸਕੇਗੀ। ਉਹਨਾਂ ਨੇ ਬਾਬਾ ਜੀ ਨੂੰ ਬਾਬਾ ਸਾਹਿਬ ਸਿੰਘ ਬੇਦੀ ਜੀ ਕੋਲ ਅਸੀਸ ਲੈਣ ਲਈ ਊਨਾ ਸਾਹਿਬ ਭੇਜਿਆ। ਅਸੀਸ ਲੈਣ ਉਪਰੰਤ ਨੌਰੰਗਾਬਾਦ ਆ ਕੇ ਸੇਵਾ ਦਾ ਮਹਾਨ ਕੁੰਭ ਆਰੰਭਿਆ। ਲੰਗਰ ਦੀ ਸੇਵਾ ਵਿੱਚ ਐਸੀ ਕਿਰਪਾ, ਐਸੀ ਬਖਸ਼ਿਸ਼, ਐਸੀ ਮਿਹਰ ਹੋ ਗਈ ਕਿ 20,000 ਪ੍ਰਾਣੀ ਹਰ ਰੋਜ਼ ਪੰਗਤ ਵਿੱਚ ਬੈਠ ਕੇ ਪ੍ਰੇਮ ਸਹਿਤ ਲੰਗਰ ਛਕਦੇ ਸਨ। 740 ਮਣ ਆਟਾ ਹਰ ਰੋਜ਼ ਪੱਕਦਾ ਸੀ। 240 ਮਣ ਦਾਲ ਅਤੇ 100 ਮਣ ਲੂਣ ਹਰ ਰੋਜ਼ ਲੰਗਰ ਵਿੱਚ ਲੱਗਦਾ ਸੀ। ਬਾਬਾ ਜੀ ਦੀ ਯਾਦ ਵਿੱਚ 365 ਅਸਥਾਨ ਮੌਜੂਦ ਨੇ, ਜਿਨ੍ਹਾਂ ਵਿੱਚੋਂ ਬਹੁਤੇ ਪਾਕਿਸਤਾਨ ਵਿੱਚ ਰਹਿ ਗਏ ਨੇ। ਇਹਨਾਂ ਵਿੱਚੋਂ 4 ਵੱਡੇ ਸਥਾਨ ਇਹ ਨੇ: ਗੁਰਦੁਆਰਾ ਸਾਹਿਬ ਪਿੰਡ ਗੱਗੋ ਬੂਹਾ, ਜਿੱਥੇ ਸਾਵਣ ਸੁਦੀ 3 ਸੰਮਤ 1825 ਨੂੰ ਬਾਬਾ ਜੀ ਦਾ ਜਨਮ ਹੋਇਆ। ਗੁਰਦੁਆਰਾ ਸਾਹਿਬ ਪਿੰਡ ਨੌਰੰਗਾਬਾਦ, ਜਿੱਥੇ ਬਾਬਾ ਜੀ ਨੇ ਲੰਗਰ ਦੀ ਸੇਵਾ ਦਾ ਮਹਾਨ ਕਾਰਜ ਆਰੰਭ ਕੀਤਾ ਸੀ। ਗੁਰਦੁਆਰਾ ਦਮਦਮਾ ਸਾਹਿਬ ਪਿੰਡ ਠੱਟਾ, ਜਿੱਥੇ ਬਾਬਾ ਜੀ ਨੇ ਲੋਕਾਂ ਨੂੰ ਅੰਮ੍ਰਿਤਪਾਨ ਕਰਵਾਇਆ, ਸਿੱਖੀ ਨਾਲ ਜੋੜਿਆ ਅਤੇ ਇਲਾਕੇ ਦੀਆਂ ਜ਼ਮੀਨਾਂ ਨੂੰ ਉਪਜਾਊ ਅਤੇ ਜ਼ਰਖੇਜ਼ ਬਣਾਇਆ। ਅਤੇ ਗੁਰਦੁਆਰਾ ਸਾਹਿਬ ਪਿੰਡ ਮੁੱਠਿਆਂ ਵਾਲੀ, ਜਿੱਥੇ ਬਾਬਾ ਜੀ ਦੇ 17 ਗੋਲੀਆਂ ਬੰਦੂਕ ਦੀਆਂ ਅਤੇ 1 ਗੋਲਾ ਤੋਪ ਦਾ ਲੱਗਾ ਅਤੇ 27 ਵਿਸਾਖ 1901 ਵਿਕਰਮੀ ਮੁਤਾਬਕ 7 ਮਈ 1844 ਈਸਵੀ ਨੂੰ ਸਿੱਖ ਰਾਜ ਬਚਾਉਣ ਲਈ ਆਪਣੀ ਅਜ਼ੀਮ ਸ਼ਹਾਦਤ ਦਿੱਤੀ। ਜਦੋਂ ਬਾਬਾ ਵੀਰ ਸਿੰਘ ਜੀ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਹੋਏ ਪਿੰਡ ਠੱਟਾ ਵਿਖੇ ਪਹੁੰਚੇ, ਉਸ ਵਕਤ ਜਿਸ ਜਗ੍ਹਾ ਅੱਜ ਕੱਲ੍ਹ ਗੁਰਦੁਆਰਾ ਦਮਦਮਾ ਸਾਹਿਬ ਹੈ, ਇਸ ਜਗ੍ਹਾ ਤੇ ਝਾੜੀਆਂ ਬਹੁਤ ਸਨ। ਬਾਬਾ ਜੀ ਨੇ ਇਸ ਜਗ੍ਹਾ ਦੀ ਪਰਿਕਰਮਾ ਕੀਤੀ ਅਤੇ ਮੱਥਾ ਟੇਕਿਆ। ਨਾਲ ਖੜੇ ਸਿੰਘਾਂ ਨੇ ਪੁੱਛਿਆ, ਬਾਬਾ ਜੀ ਤੁਸੀਂ ਇਸ ਜਗ੍ਹਾ ਦੀ ਪਰਿਕਰਮਾ ਕਿਉਂ ਕਰ ਰਹੇ ਹੋ? ਮਸਤਕ ਕਿਉਂ ਨਿਵਾਇਆ ਹੈ? ਤਾਂ ਬਾਬਾ ਜੀ ਨੇ ਬਚਨ ਕੀਤਾ, ਜਦੋਂ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਰਾਤ ਸੁਲਤਾਨਪੁਰ ਲੋਧੀ ਤੋਂ ਬਟਾਲਾ ਜਾ ਰਹੀ ਸੀ, ਤਾਂ ਇਸ ਸਥਾਨ ਤੇ ਗੁਰੂ ਸਾਹਿਬ ਨੇ ਰਾਤ ਵੇਲੇ ਵਿਸ਼ਰਾਮ ਕੀਤਾ ਸੀ ਅਤੇ ਵਾਪਸੀ ਸਮੇਂ ਵੀ ਇਸੇ ਸਥਾਨ ਤੇ ਠਹਿਰੇ ਸਨ। ਗੁਰੂ ਸਾਹਿਬ ਦੇ ਇਸ ਮੁਕੱਦਸ ਅਸਥਾਨ ਤੇ ਆਰਾਮ ਕਰਨ ਅਤੇ ਦਮ ਲੈਣ ਕਾਰਨ ਇਸ ਪਾਵਨ ਅਸਥਾਨ ਦਾ ਨਾਂ ਦਮਦਮਾ ਸਾਹਿਬ ਪ੍ਰਚਲਿਤ ਹੋਇਆ। ਉਹਨਾਂ ਬਚਨ ਕੀਤਾ ਕਿ ਪਹਿਲਾਂ ਆਪ ਆਏ, ਫਿਰ ਸਾਹਿਬ ਆਏ, ਉਹਨੇ ਅਸਾਂ ਵੀ ਸੀਸ ਨਿਵਾਏ ਦਿੱਤਾ। ਇਸ ਦਾ ਭਾਵ ਇਹ ਕਿ ਪਹਿਲਾਂ ਜਗਤ ਤਾਰਕ ਗੁਰੂ ਨਾਨਕ ਦੇਵ ਜੀ ਆਏ, ਫਿਰ ਉਹਨਾਂ ਦੀ 13ਵੀਂ ਸੰਤਾਨ ਵਿੱਚੋਂ ਬਾਬਾ ਸਾਹਿਬ ਸਿੰਘ ਜੀ ਬੇਦੀ ਇਸ ਸਥਾਨ ਤੇ ਆਏ ਤੇ ਹੁਣ ਅਸਾਂ ਵੀ ਇਸ ਜਗ੍ਹਾ ਤੇ ਸੀਸ ਨਿਵਾ ਦਿੱਤਾ ਹੈ। ਪਹਿਲੇ ਪਰਮ ਸੁਖ ਪਰਮੇਸ਼ਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਆਉਣਾ ਹੋਇਆ। ਸੁਲਤਾਨਪੁਰ ਸਾਹਿਬ ਜਦ ਵਿਆਹ ਗਏ ਨੇ, ਪਾਠ ਠਹਿਰੇ, ਪੈਰ ਠਹਿਰੇ, ਉਸ ਤੋਂ ਬਾਅਦ ਬਾਬਾ ਸਾਹਿਬ ਸਿੰਘ ਜੀ ਬੇਦੀ ਦਾ ਆਉਣਾ ਹੋਇਆ। ਉਹਨਾਂ ਦੇ ਸਾਹਮਣੇ 4 ਪਰਿਕਰਮਾ ਕਰਕੇ ਨਮਸਕਾਰ ਕੀਤੀ। ਨਾਲ ਜੀ ਸੁਖਮ ਪੁੱਛਿਆ, ਬਾਬਾ ਜੀ आप हुक्म करें, बहुत बड़ी मैं पूजा मानो कि आपने एक ही खान जी ने मत्था टेकिया। बाबा साहब ने बोले, गुरु को प्यारो आम पार्टी ने आम मान लिए किसी परम परमेश्वर गुरु नानक साहब पातशाह चल रहे हैं, वो ठहरे हैं तो गुरु साहब की बाणी होंगे जिसे बाबा पैर पूजा आसन स्थापन होया।
ਇਸ ਪ੍ਰਕਾਰ ਭਾਈ ਬਾਬਾ ਗੁਰੂ ਨਾਨਕ ਸਾਹਿਬ ਪਾਸੇ ਬਾਬਾ ਸਾਹਿਬ ਜੀ ਬੇਦੀ ਬਾਬਾ ਸਾਹਿਬ ਦੇ ਤੀਜੇ ਥਾਂ ਤੇ ਬਾਬਾ ਸਾਹਿਬ ਦੇ ਕੰਮ ਪਹੁੰਚੇ ਮਹਾਤਮਾ ਬਾਬਾ ਵੀਰ ਸਿੰਘ ਜੀ ਦਾ ਆਉਣਾ ਹੋਇਆ, ਜਿਨ੍ਹਾਂ ਨੇ ਇਹ ਇਲਾਕੇ ਦੇ ਹਾਲਤ ਦੇਖ ਕੇ ਇੱਥੇ ਕੋਸ਼ਿਸ਼ ਕੀਤੀ। ਬਾਬਾ ਵੀਰ ਸਿੰਘ ਜੀ ਦੀ ਆਮਦ ਨੂੰ ਸੁਣ ਕੇ ਸਾਰਾ ਇਲਾਕਾ ਇਕੱਤਰ ਹੋ ਗਿਆ। ਉਸ ਵਕਤ ਇਸ ਇਲਾਕੇ ਦੀ ਹਾਲਤ ਬਹੁਤ ਖਸਤਾ, ਤਰਸਯੋਗ ਅਤੇ ਨਾਜ਼ੁਕ ਸੀ। ਅਨਪੜ੍ਹਤਾ ਅਤੇ ਸਿੱਖੀ ਪ੍ਰਚਾਰ ਦੀ ਘਾਟ ਕਾਰਨ ਲੋਕ ਆਮ ਤੌਰ ਤੇ ਤੰਬਾਕੂ ਦੀ ਖੇਤੀ ਕਰਦੇ ਸਨ ਅਤੇ ਸੇਵਨ ਵੀ ਕਰਦੇ ਸਨ ਜਾਂ ਫਿਰ ਮੱਡਲ ਝੋਨਾ ਲਾਉਂਦੇ ਸਨ, ਜੋ ਇੱਕ ਵਿਸ਼ੇਸ਼ ਪ੍ਰਕਾਰ ਦੇ ਅੰਧਰਾਤੇ ਦੇ ਰੋਗ ਦਾ ਕਾਰਨ ਸੀ। ਇਸ ਰੋਗ ਕਾਰਨ ਜਿੰਨਾ ਚਿਰ ਦਿਨ ਹੈ ਨਜ਼ਰ ਰਹਿੰਦੀ ਸੀ ਤੇ ਹਨੇਰਾ ਹੁੰਦੇ ਸਾਰ ਹੀ ਨਜ਼ਰ ਬੰਦ ਹੋ ਜਾਂਦੀ ਸੀ। ਬਾਬਾ ਜੀ ਨੇ ਜਦੋਂ ਲੋਕਾਂ ਦੀ ਇਹ ਤਰਸਯੋਗ ਹਾਲਤ ਵੇਖੀ ਤਾਂ ਬਹੁਤ ਦਇਆ ਆਈ। ਦਰਸ਼ਨਾਂ ਲਈ ਆਏ ਕੁਝ ਸਿਆਣੇ ਬੰਦਿਆਂ ਨੇ ਅਰਜ਼ੋਈ ਕੀਤੀ, ਬਾਬਾ ਜੀ ਕਿਰਪਾ ਕਰੋ, ਸਾਨੂੰ ਸੋਝੀ ਬਖਸ਼ੋ, ਸਾਡਾ ਉਧਾਰ ਕਰੋ। ਇਹ ਜ਼ਮੀਨ ਬਹੁਤ ਹੀ ਕਲਰਾਠੀ ਹੈ, ਬਹੁਤ ਪੱਕੀ ਹੈ। ਇੱਕ ਵਿਸ਼ੇਸ਼ ਪ੍ਰਕਾਰ ਦਾ ਕਲਰ, ਜਿਸ ਨੂੰ ਛੋਰ ਕਲਰ ਕਹਿੰਦੇ ਨੇ, ਹੁੰਦਾ ਸੀ। ਇਸ ਜ਼ਮੀਨ ਨੂੰ ਵਾਹੁਣਾ ਬਹੁਤ ਹੀ ਮੁਸ਼ਕਲ ਹੈ। ਬਾਬਾ ਵੀਰ ਸਿੰਘ ਜੀ ਨੇ ਬਚਨ ਕੀਤਾ, ਅੰਮ੍ਰਿਤ ਛਕੋ ਅਤੇ ਗੁਰੂ ਵਾਲੇ ਬਣੋ, ਤੁਹਾਡਾ ਦੁੱਖ ਕੱਟਿਆ ਜਾਵੇਗਾ। ਉਸ ਵਕਤ ਠੱਟਾ ਨਗਰ ਤੋਂ ਦੱਖਣ ਵੱਲ 5 ਮੀਲ ਦੀ ਦੂਰੀ ਤੇ ਤਲਵੰਡੀ ਚੌਧਰੀਆਂ ਨਗਰ ਸੀ, ਜਿਸ ਵਿੱਚ ਗੌਰ ਖਾਨ ਨਾਂ ਦਾ ਮੁਸਲਮਾਨ 22 ਪਿੰਡਾਂ ਦਾ ਜਗੀਰਦਾਰ ਸੀ, ਜਿਸ ਦਾ ਗੁਲਜ਼ਾਰੀ ਨਾਂ ਦਾ ਬਾਗ ਸੀ। ਇਸ ਜਗੀਰਦਾਰ ਨੇ ਦਰਿਆ ਬਿਆਸ ਵਿੱਚੋਂ ਇੱਕ ਛੋਟਾ ਜਿਹਾ ਖਾਲਾ ਖੋਦ ਕੇ ਲਿਆਂਦਾ ਹੋਇਆ ਸੀ, ਜੋ ਨਗਰ ਠੱਟਾ ਦੇ ਲਹਿੰਦੇ ਪਾਸੇ ਦੀ ਲੰਘ ਕੇ ਤਲਵੰਡੀ ਚੌਧਰੀਆਂ ਵਿਖੇ ਬਾਗ ਤੱਕ ਪਹੁੰਚਦਾ ਸੀ। ਦਰਿਆ ਬਿਆਸ ਦਾ ਪਾਣੀ ਇਸ ਖਾਲੇ ਰਾਹੀਂ ਬਾਗ ਤੱਕ ਪਹੁੰਚ ਜਾਂਦਾ ਸੀ ਅਤੇ ਬਾਗ ਸਿੰਜਿਆ ਜਾਂਦਾ ਸੀ। ਬਾਬਾ ਜੀ ਨੇ ਲੋਕਾਂ ਨੂੰ ਅੰਮ੍ਰਿਤ ਛਕਾਇਆ, ਗੁਰੂ ਵਾਲੇ ਬਣਾਇਆ ਅਤੇ ਨਾਲ ਹੀ ਆਪਣੇ ਮੁਖਾਰ ਬਿੰਦ ਤੋਂ ਬਚਨ ਕੀਤਾ ਕਿ ਇਸ ਜਗ੍ਹਾ ਬਿਆਸ ਦਰਿਆ ਵਿੱਚੋਂ ਇਹ ਖਾਲਾ ਨਦੀ ਦਾ ਰੂਪ ਅਖਤਿਆਰ ਕਰੇਗਾ, ਜੋ ਇਸ ਇਲਾਕੇ ਦਾ ਸਾਰਾ ਕਲਰ ਰੋੜ ਕੇ ਲੈ ਜਾਵੇਗਾ। ਇਸ ਨਦੀ ਦਾ ਨਾਂ ਕਾਲਣਾ ਭਾਵ ਕਾਲ ਨਾ ਹੋਵੇਗਾ। ਸਮਾਂ ਪਾ ਕੇ ਇੱਥੇ ਬਹੁਤ ਵੱਡਾ ਪਾਣੀ ਦਾ ਵਹਾਅ ਆਇਆ, ਜਿਹੜਾ ਕਲਰ ਨੂੰ ਰੋੜ ਕੇ ਲੈ ਗਿਆ ਅਤੇ 4-4 ਫੁੱਟ ਉਪਜਾਊ ਮਿੱਟੀ ਦੀ ਪਰਤ ਭਾਵ ਰਿਬ ਸੁੱਟ ਗਿਆ। ਸਾਰਾ ਇਲਾਕਾ ਪੱਧਰ ਹੋ ਗਿਆ, ਜ਼ਮੀਨ ਉਪਜਾਊ ਹੋ ਗਈ, ਲੋਕਾਂ ਦੀ ਹਾਲਤ ਸੁਧਰਨ ਲੱਗੀ। ਕਾਲਣਾ ਨਦੀ ਨਾਲ ਨਗਰ ਠੱਟਾ ਦੇ ਲਹਿੰਦੇ ਪਾਸੇ ਨੂੰ ਵੀ ਢਾਹ ਲੱਗਣੀ ਸ਼ੁਰੂ ਹੋ ਗਈ। ਸਨ 1855 ਦੇ ਕਰੀਬ ਇਸ ਜਗ੍ਹਾ ਤੋਂ ਕੁਝ ਘਰ ਉੱਠ ਕੇ ਨਗਰ ਠੱਟਾ ਦੇ ਚੜ੍ਹਦੇ ਪਾਸੇ 1 ਕਿਲੋਮੀਟਰ ਦੀ ਦੂਰੀ ਤੇ ਆਣ ਕੇ ਬੈਠ ਗਏ। ਸਭ ਤੋਂ ਪਹਿਲਾ ਪਰਿਵਾਰ ਵਜ਼ੀਰ ਸਿੰਘ ਪੁੱਤਰ ਚੜ੍ਹ ਸਿੰਘ ਦਾ ਸੀ। ਹੌਲੀ ਹੌਲੀ ਹੋਰ ਘਰ ਵੀ ਇਸ ਨਵੀਂ ਜਗ੍ਹਾ ਤੇ ਆ ਕੇ ਬੈਠ ਗਏ ਅਤੇ ਸਹਿਜੇ ਇਸ ਨਵੀਂ ਥਾਂ ਦਾ ਨਾਂ ਠੱਟਾ ਨਵਾਂ, ਠੱਟਾ ਜਦੀਦ ਪੈ ਗਿਆ। ਜੋ ਘਰ ਬਾਕੀ ਰਹਿ ਗਏ ਉਹ ਪਿੰਡ ਠੱਟਾ ਪੁਰਾਣਾ ਅਰਥਾਤ ਠੱਟਾ ਕਦੀਮ ਦੇ ਨਾਮ ਨਾਲ ਜਾਣਿਆ ਜਾਣ ਲੱਗਾ। ਜਿਸ ਸਥਾਨ ਤੇ ਸ੍ਰੀ ਗੁਰੂ ਨਾਨਕ ਦੇਵ ਜੀ, ਬਾਬਾ ਸਾਹਿਬ ਸਿੰਘ ਜੀ ਬੇਦੀ ਅਤੇ ਬਾਬਾ ਵੀਰ ਸਿੰਘ ਜੀ ਪਧਾਰੇ ਸਨ, ਉਸ ਜਗ੍ਹਾ ਤੇ ਪੱਕੀ ਇਮਾਰਤ ਬਣਾਉਣ ਦੀ ਯੋਜਨਾ ਬਾਬਾ ਖੜਕ ਸਿੰਘ ਜੀ ਨੇ 1949 ਬਿਕਰਮੀ ਮੁਤਾਬਕ 1892 ਈਸਵੀ ਵਿੱਚ ਬਣਾਈ ਸੀ। ਬਾਬਾ ਖੜਕ ਸਿੰਘ ਜੀ ਦਾ ਜਨਮ ਪਿੰਡ ਦੰਦੂਪੁਰ ਜ਼ਿਲ੍ਹਾ ਕਪੂਰਥਲਾ ਵਿੱਚ ਪਿਤਾ ਸਰਦਾਰ ਤੇਗਾ ਸਿੰਘ ਦੇ ਘਰ ਹੋਇਆ। ਆਪ ਦੇ ਪਿਤਾ ਜੀ ਆਪ ਨੂੰ 68 ਸਾਲ ਦੀ ਉਮਰ ਵਿੱਚ ਹੀ ਨਗਰ ਠੱਟਾ ਨਵਾਂ ਦੀ ਧਰਮਸ਼ਾਲਾ ਵਿੱਚ ਬਾਬਾ ਕਾਹਨ ਸਿੰਘ ਜੀ ਪਾਸ ਛੱਡ ਗਏ ਸਨ। ਜਦੋਂ ਬਾਬਾ ਕਾਹਨ ਸਿੰਘ ਜੀ 1945 ਬਿਕਰਮੀ ਮੁਤਾਬਕ 1888 ਈਸਵੀ ਨੂੰ ਅਕਾਲ ਚਲਾਣਾ ਕਰ ਗਏ ਸਨ, ਤਾਂ ਇਸ ਉਪਰੰਤ ਬਾਬਾ ਖੜਕ ਸਿੰਘ ਜੀ ਗੁਰਦੁਆਰਾ ਠੱਟਾ ਨਵਾਂ ਦੇ ਮੁੱਖ ਸੇਵਾਦਾਰ ਬਣੇ। ਇਸ ਸਮੇਂ ਬਾਬਾ ਭਾਗ ਸਿੰਘ ਜੀ ਅਤੇ ਬਾਬਾ ਵਰਿਆਮ ਸਿੰਘ ਜੀ ਵੀ ਆਪ ਜੀ ਨਾਲ ਸੇਵਾ ਕਰਦੇ ਸਨ। ਉਸ ਵਕਤ ਇਸ ਗੁਰਦੁਆਰਾ ਸਾਹਿਬ ਵਿੱਚ 100 ਦੇ ਕਰੀਬ ਹੋਰ ਸਾਧੂ ਸੰਤ ਅਤੇ ਲੂਲੇ ਲੰਗੜੇ ਵਿਅਕਤੀ ਰਹਿੰਦੇ ਸਨ। ਬਾਬਾ ਖੜਕ ਸਿੰਘ ਜੀ ਨੇ ਗੁਰਦੁਆਰਾ ਦਮਦਮਾ ਸਾਹਿਬ ਦੀ ਪੱਕੀ ਇਮਾਰਤ ਬਣਾਉਣ ਲਈ ਇਲਾਕੇ ਦੀਆਂ ਸੰਗਤਾਂ ਦਾ ਇਕੱਠ ਕੀਤਾ।
ਇਸ ਇਕੱਠ ਵਿੱਚ ਪ੍ਰਸਿੱਧ ਰਾਗੀ ਭਾਈ ਜਵਾਲਾ ਸਿੰਘ ਜੀ ਸੈਦਪੁਰ ਵਾਲੇ ਵੀ ਹਾਜ਼ਰ ਹੋਏ। ਸਮੂਹ ਸੰਗਤ ਨੇ ਤਨ ਮਨ ਅਤੇ ਧਨ ਨਾਲ ਹਿੱਸਾ ਪਾਇਆ। ਟਿੱਬਾ ਪਿੰਡ ਦੇ 2 ਪ੍ਰਜਾਪਤ ਭਰਾਵਾਂ ਲੱਲੂ ਅਤੇ ਰੂੜੇ ਨੇ 3 ਲੱਖ ਛੋਟੀ ਇੱਟ ਤਿਆਰ ਕੀਤੀ। ਇਹਨਾਂ ਇੱਟਾਂ ਨਾਲ 1951 ਬਿਕਰਮੀ ਮੁਤਾਬਕ 1894 ਈਸਵੀ ਨੂੰ ਖੂਹੀ, ਲੰਗਰ ਵਾਸਤੇ ਕੋਠੜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਸਤੇ ਚੁਬਾਰਾ, ਸੰਗਤਾਂ ਲਈ ਦਲਾਨ ਅਤੇ ਖੇਤੀ ਦੀ ਸਿੰਜਾਈ ਲਈ ਖੂਹ ਲਾਇਆ ਗਿਆ। 1958 ਬਿਕਰਮੀ ਮੁਤਾਬਕ 1901 ਈਸਵੀ ਨੂੰ ਦੂਸਰੇ ਪੱਠੇ ਦੀ ਤਿਆਰੀ ਕੀਤੀ ਗਈ। ਇਸ ਨਾਲ ਜਿਹੜੀ ਇੱਟ ਬਣੀ ਉਸ ਨਾਲ 1962 ਬਿਕਰਮੀ ਮੁਤਾਬਕ 1905 ਈਸਵੀ ਨੂੰ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਦੀ ਇਮਾਰਤ ਤਿਆਰ ਹੋਈ। ਬਾਬਾ ਖੜਕ ਸਿੰਘ ਜੀ ਨੇ ਇਸ ਜਗ੍ਹਾ 70 ਬੂਟੇ ਅੰਬ ਦੇ, 66 ਬੂਟੇ ਗੁਰਦੁਆਰਾ ਸਾਹਿਬ ਦੇ ਅੰਦਰ ਅਤੇ 4 ਬੂਟੇ ਬਾਹਰ ਅਤੇ ਜਾਮਣ, ਨਿੰਬੂ ਅਤੇ ਹੋਰ ਫਲਦਾਰ ਬੂਟੇ ਵੀ ਲਗਵਾਏ। ਇਸ ਸਥਾਨ ਤੇ ਬਾਬਾ ਵੀਰ ਸਿੰਘ ਜੀ ਦਾ ਪਹਿਲਾ ਸ਼ਹੀਦੀ ਜੋੜ ਮੇਲਾ 27 ਵਿਸਾਖ 1963 ਬਿਕਰਮੀ ਮੁਤਾਬਕ 9 ਮਈ 1906 ਈਸਵੀ ਨੂੰ ਬੜੀ ਸ਼ਰਧਾ, ਸਤਿਕਾਰ ਅਤੇ ਜੋਸ਼ੋ ਖਰੋਸ਼ ਨਾਲ ਮਨਾਇਆ ਗਿਆ। ਸਿਆਲਕੋਟ ਦੇ ਕਿਲੇ ਦੇ ਅੰਦਰ ਕਰਦੇ ਕਬਰ ਦਲੀਲਾਂ, ਮਾੜੇ ਦੀ ਕੋਈ ਮਦਦ ਨਹੀਂ ਕਰਦਾ, ਝੂਠੇ ਜ਼ਿਲ੍ਹੇ ਤਹਿਸੀਲਾਂ। ਜਾਗੇ ਬਾਬੇ ਵੀਰ ਸਿੰਘ ਨੂੰ ਦਿਲ ਦੇ ਦੁੱਖ ਸੁਣਾਈਏ, ਹੋਰ ਕਿਸੇ ਥਾਂ ਗੁਜ਼ਰ ਨਹੀਂ ਹੋਣੀ, ਸੰਤਾਂ ਦੇ ਦਰ ਜਾਈਏ। ਇਸ ਸਮੇਂ ਦੌਰਾਨ ਹੀ ਬਾਬਾ ਜਗਤ ਸਿੰਘ ਜੀ ਅਤੇ ਬਾਬਾ ਹੀਰਾ ਸਿੰਘ ਜੀ ਇਸ ਸਥਾਨ ਤੇ ਆ ਗਏ। ਬਾਬਾ ਖੜਕ ਸਿੰਘ ਜੀ 29 ਵਿਸਾਖ 1983 ਬਿਕਰਮੀ ਮੁਤਾਬਕ 1926 ਈਸਵੀ ਨੂੰ ਸੱਚਖੰਡ ਪਿਆਨਾ ਕਰ ਗਏ। ਗੁਰਦੁਆਰਾ ਦਮਦਮਾ ਸਾਹਿਬ ਦੇ ਮੁੱਖ ਸੇਵਾਦਾਰ ਦੇ ਤੌਰ ਤੇ ਬਾਬਾ ਜਗਤ ਸਿੰਘ ਜੀ ਨੇ ਸਨ 1926 ਤੋਂ ਸਨ 1957 ਤੱਕ ਅਣਥੱਕ ਸੇਵਾ ਕੀਤੀ। ਉਹਨਾਂ ਤੋਂ ਉਪਰੰਤ ਥੋੜੇ ਸਮੇਂ ਲਈ ਸੰਤ ਬਾਬਾ ਹੀਰਾ ਸਿੰਘ ਜੀ ਵੀ ਇਸ ਪਾਵਨ ਸਥਾਨ ਦੇ ਮੁੱਖ ਸੇਵਾਦਾਰ ਵਜੋਂ ਵਿਚਰਦੇ ਰਹੇ। ਉਹਨਾਂ ਤੋਂ ਉਪਰੰਤ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਸਨ 1957 ਤੋਂ 17 ਅਕਤੂਬਰ 1994 ਤੱਕ ਨਿਰੰਤਰ ਸੇਵਾ ਕੀਤੀ। ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਤਖਤ ਸ੍ਰੀ ਪਟਨਾ ਸਾਹਿਬ, ਤਖਤ ਸ੍ਰੀ ਹਜ਼ੂਰ ਸਾਹਿਬ ਅਬਚਲ ਨਗਰ ਨਾਂਦੇੜ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ, ਸੁਲਤਾਨਪੁਰ ਲੋਧੀ ਦੇ ਗੁਰਦੁਆਰਾ ਸ੍ਰੀ ਹਟ ਸਾਹਿਬ ਤੋਂ ਸੇਵਾ ਪ੍ਰਾਰੰਭ ਕਰਕੇ ਇੱਥੋਂ ਦੇ ਬਾਕੀ ਗੁਰਦੁਆਰਿਆਂ ਅਤੇ ਗੁਰਦੁਆਰਾ ਸ੍ਰੀ ਬੌਲੀ ਸਾਹਿਬ ਗੋਇੰਦਵਾਲ ਸਾਹਿਬ ਦੀ ਕਾਰ ਸੇਵਾ ਕਰਵਾਈ। ਸਨ 1994 ਤੋਂ ਸਨ 2004 ਤੱਕ ਬਾਬਾ ਤਰਲੋਚਨ ਸਿੰਘ ਜੀ ਇਸ ਪਾਵਨ ਸਥਾਨ ਤੇ ਕਾਰ ਸੇਵਾ ਦਾ ਮਹਾਨ ਕਾਰਜ ਨਿਭਾਉਂਦੇ ਰਹੇ ਅਤੇ ਉਸ ਸਮੇਂ ਤੋਂ ਬਾਬਾ ਗੁਰਚਰਨ ਸਿੰਘ ਜੀ ਇਸ ਸਥਾਨ ਦੇ ਮੁੱਖ ਸੇਵਾਦਾਰ ਨੇ ਅਤੇ ਕਾਰ ਸੇਵਾ ਦਾ ਕਾਰਜ ਵੀ ਨਾਲ ਸਰਅੰਜਾਮ ਦੇ ਰਹੇ ਨੇ। ਬਾਬਾ ਗੁਰਚਰਨ ਸਿੰਘ ਜੀ ਦੇ ਪਰਿਵਾਰ ਤੇ ਵੀ ਬਾਬਾ ਵੀਰ ਸਿੰਘ ਜੀ ਦੀ ਬੜੀ ਬਖਸ਼ਿਸ਼ ਰਹੀ ਹੈ। ਉਸ ਸਮੇਂ ਠੱਟੇ ਦੇ ਨੰਬਰਦਾਰ ਪ੍ਰਧਾਨ ਸਿੰਘ ਦੇ ਘਰ ਕੋਈ ਔਲਾਦ, ਕੋਈ ਸੰਤਾਨ ਨਹੀਂ ਸੀ। ਠੱਟੇ ਦੀ ਪੰਚਾਇਤ ਨੇ ਬਾਬਾ ਵੀਰ ਸਿੰਘ ਜੀ ਨੂੰ ਸੈਦਪੁਰ ਜਾਂਦਿਆਂ ਰਸਤੇ ਵਿੱਚ ਅਰਦਾਸ ਬੇਨਤੀ ਕੀਤੀ ਕਿ ਮਹਾਰਾਜ ਪ੍ਰਧਾਨ ਸਿੰਘ ਦੇ ਕੋਈ ਔਲਾਦ ਨਹੀਂ ਹੈ, ਆਪ ਜੀ ਕਿਰਪਾ ਕਰੋ, ਮਿਹਰ ਦੇ ਘਰ ਆਓ, ਬਖਸ਼ਿਸ਼ ਕਰੋ। ਬਾਬਾ ਵੀਰ ਸਿੰਘ ਜੀ ਘੋੜੇ ਤੇ ਜਾ ਰਹੇ ਸਨ। ਬਾਬਾ ਜੀ ਨੇ 3 ਵਾਰ ਆਵਾਜ਼ ਮਾਰੀ, ਆ ਜਾ, ਆ ਜਾ, ਆ ਜਾ। ਅੱਗੋਂ ਇੱਕ ਤਿੱਤਰ ਉੱਡਿਆ ਤੇ ਘੋੜੇ ਦੇ ਅਗਲੇ ਪੈਰ ਹੇਠਾਂ ਆ ਕੇ ਮਰ ਗਿਆ। ਬਾਬਾ ਵੀਰ ਸਿੰਘ ਜੀ ਨੇ ਬਚਨ ਕੀਤੇ, ਪ੍ਰਧਾਨ ਸਿੰਘ ਦੇ ਘਰ ਪੁੱਤਰ ਪੈਦਾ ਹੋਵੇਗਾ ਪਰ ਜਵਾਨੀ ਵਿੱਚ ਚੱਲ ਵਸੇਗਾ। ਉਸ ਦੀਆਂ ਅੱਖਾਂ ਤਿੱਤਰ ਦੀਆਂ ਅੱਖਾਂ ਵਰਗੀਆਂ ਹੋਣਗੀਆਂ। ਲਿਹਾਜ਼ਾ ਪ੍ਰਧਾਨ ਸਿੰਘ ਦੇ ਪੁੱਤਰ ਹਰੀ ਸਿੰਘ ਪੈਦਾ ਹੋਇਆ, ਜੋ 40 ਸਾਲ ਦੀ ਉਮਰ ਭੋਗ ਕੇ ਸ਼ਾਦੀ ਤੋਂ ਬਾਅਦ ਅਕਾਲ ਚਲਾਣਾ ਕਰ ਗਿਆ। ਹਰੀ ਸਿੰਘ ਦਾ ਪੁੱਤਰ ਵਸਾਵਾ ਸਿੰਘ, ਵਸਾਵਾ ਸਿੰਘ ਦੇ ਘਰ ਪੁੱਤਰ ਪਾਲ ਸਿੰਘ, ਸੁੰਦਰ ਸਿੰਘ ਅਤੇ ਪੂਰਨ ਸਿੰਘ ਦਾ ਜਨਮ ਹੋਇਆ। ਪਾਲ ਸਿੰਘ ਦੇ ਘਰ ਬਾਬਾ ਗੁਰਚਰਨ ਸਿੰਘ ਜੀ ਦਾ ਜਨਮ ਕੱਤਕ ਦੇ ਮਹੀਨੇ ਸਨ 1934 ਵਿੱਚ ਹੋਇਆ। ਇਸ ਵਕਤ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਦੀ ਬਹੁਤ ਹੀ ਸੁੰਦਰ ਇਮਾਰਤ ਬਣੀ ਹੋਈ ਹੈ। ਇਸ ਗੁਰਦੁਆਰਾ ਸਾਹਿਬ ਵਿੱਚ ਮਹਾਨ ਸ਼ਹੀਦ ਸੰਤ ਬਾਬਾ ਵੀਰ ਸਿੰਘ ਜੀ ਦੀਆਂ ਨਿਸ਼ਾਨੀਆਂ
ਜਿਨ੍ਹਾਂ ਵਿੱਚ ਬਾਬਾ ਜੀ ਦਾ ਕਛਹਿਰਾ, ਚਟਈ, ਗਾਤਰੇ ਵਾਲੀ ਕਿਰਪਾਨ ਅਤੇ ਗਾਤਰਾ ਮੌਜੂਦ ਨੇ। ਪਿੰਡ ਠੱਟਾ ਨਵਾਂ ਜ਼ਿਲ੍ਹਾ ਕਪੂਰਥਲਾ ਦਾ ਬਹੁਤ ਹੀ ਉੱਨਤ, ਖੁਸ਼ਹਾਲ, ਸਰਸਬਜ਼ ਅਤੇ ਪੜ੍ਹੇ ਲਿਖੇ ਵਸਨੀਕਾਂ ਦਾ ਪਿੰਡ ਹੈ। ਇਲਾਕੇ ਵਿੱਚ ਇਸ ਪਿੰਡ ਦੀ ਆਪਣੀ ਹੀ ਅੱਡਰੀ ਅਤੇ ਵਿਲੱਖਣ ਪਛਾਣ ਹੈ। ਇਹ ਪਿੰਡ ਲਗਭਗ 50 ਕਿੱਲਿਆਂ ਵਿੱਚ ਵਸਿਆ ਹੋਇਆ ਹੈ। ਗਲੀਆਂ ਨਾਲੀਆਂ ਆਦਿ ਪੱਕੀਆਂ ਬਣੀਆਂ ਹੋਈਆਂ ਨੇ। ਪਿੰਡ ਦੀ ਕੁੱਲ ਆਬਾਦੀ 2250 ਦੇ ਕਰੀਬ ਹੈ, ਜਿਨ੍ਹਾਂ ਵਿੱਚ 1200 ਮਰਦ ਅਤੇ 1050 ਔਰਤਾਂ ਸ਼ਾਮਲ ਨੇ। ਪਿੰਡ ਵਿੱਚ ਕੁੱਲ ਵੋਟਰ 1566 ਨੇ, ਜਿਨ੍ਹਾਂ ਵਿੱਚੋਂ 806 ਮਰਦ ਅਤੇ 760 ਇਸਤਰੀਆਂ ਨੇ। ਪਿੰਡ ਦੀਆਂ 3 ਪੱਤੀਆਂ ਨੇ, ਪੱਤੀ ਗੁਲਾਬ ਸਿੰਘ, ਪੱਤੀ ਵਸਤਾ ਸਿੰਘ ਅਤੇ ਪੱਤੀ ਪਹੂ ਸਿੰਘ। ਇਹ ਪਿੰਡ ਪਹਿਲੇ ਹੱਥ ਦਰਿਆ ਤੋਂ ਨਿਕਲੇ ਇੱਕ ਕਾਲਨਾ ਨਦੀ ਦੇ ਕੰਢੇ ਤੇ ਵਸਦਾ ਸੀ। ਕੁਛ ਅਰਸੇ ਬਾਅਦ ਉਹਦੇ ਵਿੱਚ ਬਹੁਤ ਜ਼ਿਆਦਾ ਪਾਣੀ ਆਉਣ ਕਰਕੇ ਉਹ ਪਿੰਡ ਨੂੰ ਢਾਹ ਗਈ। ਉੱਥੇ ਕੁਛ ਘਰ ਜਿਹੜੇ ਸੀ ਉਹ ਆਬਾਦ ਰਹਿ ਗਏ, ਬਾਕੀ ਅਸੀਂ ਜਿੰਨੇ ਸੀ ਉਹ ਸਾਰੇ ਦੇ ਸਾਰੇ ਇਸ ਨਵੇਂ ਠੱਟੇ ਵਿੱਚ ਆ ਗਏ। ਗੋਇਆ ਇਸ ਵੇਲੇ ਇਹ ਪਿੰਡ 2 ਹੈਗੇ ਆ, ਜਿਨ੍ਹਾਂ ਤਕਰੀਬਨ 1.5 ਕਿਲੋਮੀਟਰ ਫਰਕ ਹੈ। ਉਹ ਪੁਰਾਣਾ ਠੱਟਾ, ਇਹ ਨਵਾਂ ਠੱਟਾ। ਇਸ ਦੀਆਂ 3 ਪੱਤੀਆਂ, ਇਹ ਤਿੰਨੇ ਪੱਤੀਆਂ ਦੇ 7 ਨੰਬਰਦਾਰ ਹਨ। ਪਿੰਡ ਦੇ ਲੋਕ ਬੜੇ ਕਮਾਊ, ਦਿਨ ਰਾਤ ਇੱਕ ਕਰਕੇ ਜਾਨ ਮਾਰ ਕੇ ਫਸਲਾਂ ਪੈਦਾ ਕਰਨ ਵਾਲੇ ਕਾਮੇ ਕਿਸਾਨ ਹਨ। ਲੋਕ ਚੰਗੇ ਖੁੱਲ੍ਹ ਦਿਲੇ, ਲੰਘਦੇ ਰਾਹੀ ਪਾਂਧੀ ਨਾਲ ਫਤਿਹ ਫਤੂਹੀ ਦੀ ਸਾਂਝ ਪਾਉਣ ਵਾਲੇ, ਚਾਹ ਪਾਣੀ ਪੀਣ ਪਿਲਾਉਣ ਵਾਲੇ ਅਤੇ ਖੜਕੇ ਦੜਕੇ ਵਾਲੇ ਨਿਰਭੈ ਤੇ ਅਣਥੱਕ ਬੰਦੇ ਨੇ। ਪਿੰਡ ਠੱਠਾ ਦੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਰ ਜਾਤੀ ਦਾ ਬੰਦਾ ਮੌਜੂਦ ਹੈ। ਪ੍ਰਮੁੱਖ ਤੌਰ ਤੇ ਪਿੰਡ ਵਿੱਚ ਕੰਬੋਜ, ਛੀਂਬੇ, ਤਰਖਾਣ, ਲੋਹਾਰ, ਸੁਨਿਆਰੇ ਆਦਿ ਧਰਮੀ, ਚੀਵਰ ਅਤੇ ਵਾਲਮੀਕ ਬਰਾਦਰੀ ਨਾਲ ਸੰਬੰਧਿਤ ਲੋਕ ਪ੍ਰੇਮ ਭਾਵ ਨਾਲ ਰਹਿੰਦੇ ਨੇ। ਕੁਝ ਵੀ ਹੋਵੇ, ਪਿੰਡ ਦੇ ਲੋਕ ਇੱਕ ਭਾਂਤ ਸੁਭਾਤੀ ਦੁਨੀਆ ਨੇ। ਪਿੰਡ ਵਾਸੀਆਂ ਦਾ ਮੁੱਖ ਕਿੱਤਾ ਖੇਤੀਬਾੜੀ ਹੈ। ਸੋਹਣੀਆਂ ਲਹਿ ਲਹਾਉਂਦੀਆਂ ਪੈੜੀਆਂ ਮੇਰੇ ਪਿੰਡ ਦਾ ਭਾਗ ਨੇ, ਜਿਨ੍ਹਾਂ ਨੂੰ ਇਹ ਦਿਨ ਰਾਤ ਸਿੰਜਦੇ, ਗੁੱਡਦੇ ਅਤੇ ਸਵਾਰਦੇ ਰਹਿੰਦੇ ਨੇ। ਪਿੰਡ ਦੇ ਕੰਮ ਧੰਦੇ ਜਾਂ ਆਹਰ ਪਾਹਰ ਦੀ ਪਹਿਲੀ ਵੰਡ ਇਸਤਰੀ ਪੁਰਖਾਂ ਵਿੱਚ, ਫਿਰ ਵੱਖੋ ਵੱਖਰੀਆਂ ਜਾਤੀਆਂ ਵਿੱਚ। ਇਸਤਰੀਆਂ ਘਰ ਦਾ ਚੁੱਲ੍ਹਾ ਚੌਂਕਾ, ਰੋਟੀ ਟੁੱਕ, ਪਸ਼ੂਆਂ ਦੀ ਸਾਂਭ ਸੰਭਾਲ ਅਤੇ ਹੋਰ ਆਰ ਪਾਰ ਵਿੱਚ ਲੱਗੀਆਂ ਰਹਿੰਦੀਆਂ ਨੇ, ਤੇ ਮਰਦ ਖੇਤੀਬਾੜੀ ਦੇ ਹੋਰ ਕੰਮ ਅਤੇ ਮਿਹਨਤ ਮਜ਼ਦੂਰੀ ਵਾਲੇ ਬੰਦੇ ਖੱਟੀ ਕਮਾਈ ਕਰਕੇ ਲਿਆਉਂਦੇ ਨੇ। ਲੋਕ ਕਣਕ, ਝੋਨਾ, ਮੱਕੀ, ਸੂਰਜਮੁਖੀ, ਆਲੂ ਦੀ ਫਸਲ ਦੀ ਕਾਸ਼ਤ ਕਰਦੇ ਨੇ। ਪਿੰਡ ਦਾ ਪੌਣ ਪਾਣੀ ਬਹੁਤ ਹੀ ਵਧੀਆ ਅਤੇ ਮੁਤਦਿਲ ਹੈ। ਲੋਕਾਂ ਦਾ ਰਹਿਣ ਸਹਿਣ ਰਾਜਿਆਂ ਮਹਾਰਾਜਿਆਂ ਵਰਗਾ ਹੈ। ਗੁਰੂ ਦੀ ਪੂਰਨ ਕਿਰਪਾ ਹੈ। ਬਹੁਤੇ ਘਰ ਪੱਕੇ ਕੋਠੀਆਂ ਦੇ ਰੂਪ ਵਿੱਚ ਬਣੇ ਹੋਏ ਵਿਖਾਈ ਦਿੰਦੇ ਨੇ। ਖੇਤੀਬਾੜੀ ਲਈ ਆਧੁਨਿਕ ਮਸ਼ੀਨਰੀ ਦਾ ਪ੍ਰਯੋਗ ਕੀਤਾ ਜਾਂਦਾ ਹੈ, ਜਿਸ ਵਿੱਚ ਟਰੈਕਟਰ, ਟਰਾਲੀਆਂ, ਕੰਬਾਈਨਾਂ, ਹਲ, ਸੁਹਾਗੇ ਆਦਿ ਤਕਰੀਬਨ ਹਰ ਕਿਸਾਨ ਦੇ ਆਪਣੇ ਬਣਾਏ ਹੋਏ ਨੇ। ਪਿੰਡ ਠੱਟਾ ਵਿੱਚ ਹਰ ਸੁੱਖ ਸਹੂਲਤ ਮੌਜੂਦ ਹੈ। ਲਾਗਲੇ ਤਕਰੀਬਨ 15 ਪਿੰਡਾਂ ਦੀਆਂ
ਰੋਜ਼ਾਨਾ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਪਿੰਡ ਵਿੱਚ ਹਰ ਕਿਸਮ ਦੀਆਂ ਦੁਕਾਨਾਂ ਮੌਜੂਦ ਨੇ। ਪਿੰਡ ਠੱਟਾ ਨਵਾਂ ਦਾ ਗੁਰਦੁਆਰਾ ਸਾਹਿਬ ਇਤਿਹਾਸਿਕ ਪੱਖ ਤੋਂ ਬਹੁਤ ਵਿਸ਼ੇਸ਼ਤਾ ਰੱਖਦਾ ਹੈ। ਇੱਥੇ ਸੰਤ ਬਾਬਾ ਕਾਹਨ ਸਿੰਘ ਜੀ, ਸੰਤ ਬਾਬਾ ਖੜਕ ਸਿੰਘ ਜੀ, ਸੰਤ ਬਾਬਾ ਵਰਿਆਮ ਸਿੰਘ ਜੀ ਸੇਵਾ ਕਰਦੇ ਰਹੇ ਨੇ। ਬਾਅਦ ਵਿੱਚ ਸੰਤ ਬਾਬਾ ਕਰਤਾਰ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਦੁਬਾਰਾ ਤਾਮੀਰ ਕਰਵਾਈ। ਉਸ ਵਕਤ ਬਾਬਾ ਹਰਬੰਸ ਸਿੰਘ ਜੀ ਇਸ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸਨ। ਬਾਬਾ ਹਰਬੰਸ ਸਿੰਘ ਜੀ ਦੇਸੀ ਦਵਾ ਦਾਰੂ ਦਾ ਕੰਮ ਵੀ ਕਰਦੇ ਸਨ। ਇਸ ਗੁਰਦੁਆਰਾ ਸਾਹਿਬ ਵਿੱਚ 40 ਮੁਕਤਿਆਂ ਦੀ ਯਾਦ ਵਿੱਚ ਹਰ ਸਾਲ ਮਾਘੀ ਦਾ ਮੇਲਾ ਬੜੀ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਂਦਾ ਹੈ। ਇਸ ਮੇਲੇ ਵਿੱਚ ਸੁੰਦਰ ਪੰਡਾਲ ਸਜਦੇ ਨੇ, ਜਿਨ੍ਹਾਂ ਵਿੱਚ ਉੱਚ ਕੋਟੀ ਦੇ ਢਾਡੀ, ਰਾਗੀ, ਕਵੀਸ਼ਰ ਅਤੇ ਪ੍ਰਚਾਰਕ ਰੱਬੀ ਬਾਣੀ ਦਾ ਜਸ ਗਾਇਨ ਕਰਦੇ ਲੋਕਾਂ ਨੂੰ ਨਿਹਾਲ ਕਰਦੇ ਨੇ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਆਪਣੇ ਭਗਤੀ ਲਾਏ। ਅੱਜ ਕੱਲ੍ਹ ਪਿੰਡ ਵਿੱਚੋਂ ਚੁਣੇ ਹੋਏ ਮੈਂਬਰਾਂ ਵੱਲੋਂ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਪਿੰਡ ਦੇ ਉੱਤਰ ਵਾਲੇ ਬੰਨੇ ਇੱਕ ਮੰਦਿਰ ਬਣਿਆ ਹੋਇਆ ਹੈ, ਜਿਹੜਾ ਤਕਰੀਬਨ 1940 ਦੇ ਵੇਲੇ ਦਾ ਹੈ। ਪਹਿਲਾਂ ਇੱਥੇ ਕੋਈ ਖਾਸ ਇਮਾਰਤ ਨਹੀਂ ਸੀ। ਮਾਤਾ ਰਾਣੀ ਦੀ ਪੁਰਾਤਨ ਇਮਾਰਤ ਨੂੰ ਸਰਦਾਰ ਦੌਲਤ ਸਿੰਘ ਨੇ ਬਣਵਾਇਆ ਸੀ। ਜੂਨ 2007 ਨੂੰ ਮਾਸਟਰ ਮਹਿੰਗਾ ਸਿੰਘ ਮੋਮੀ ਦੀ ਅਗਵਾਈ ਵਿੱਚ ਪੂਰੇ ਪਿੰਡ ਦੀ ਮਦਦ ਨਾਲ ਤਕਰੀਬਨ 20 ਲੱਖ ਰੁਪਏ ਖਰਚ ਕਰਕੇ ਮੰਦਿਰ ਦੀ ਬਹੁਤ ਹੀ ਸੁੰਦਰ ਇਮਾਰਤ ਬਣਾ ਦਿੱਤੀ ਗਈ, ਜਿਸ ਵਿੱਚ ਸ਼੍ਰੀ ਨਰੇਸ਼ ਕੁਮਾਰ ਵਰਮਾ ਕੈਨੇਡਾ ਵਾਸੀ, ਸਰਦਾਰ ਗੁਰਬਚਨ ਸਿੰਘ ਗੱਚੀ, ਸਰਦਾਰ ਮਲਕੀਤ ਸਿੰਘ ਫੌਜੀ ਅਤੇ ਬਾਕੀ ਸਾਰੇ ਨਗਰ ਨੇ ਰਲ ਕੇ ਯੋਗਦਾਨ ਪਾਇਆ। ਇੱਥੇ ਹਰ ਵਰੇ ਜਾਗਰਣ ਕਰਵਾਇਆ ਜਾਂਦਾ ਹੈ ਅਤੇ ਸਾਰੇ ਪਿੰਡ ਵਾਸੀ ਇਸ ਵਿੱਚ ਸ਼ਰਧਾ ਸਹਿਤ ਸ਼ਮੂਲੀਅਤ ਕਰਦੇ ਨੇ। ਦੁਰਗਾ ਭਵਾਨੀ ਮੰਦਿਰ ਦੇ ਪ੍ਰਬੰਧ ਲਈ ਮਾਸਟਰ ਮਹਿੰਗਾ ਸਿੰਘ ਮੋਮੀ ਦੀ ਅਗਵਾਈ ਵਿੱਚ ਇੱਕ ਪ੍ਰਬੰਧਕੀ ਕਮੇਟੀ ਬਣਾਈ ਹੋਈ ਹੈ। बारहवां सालाना जागरण दुर्गा भवानी मंदिर नवा ठट्टा विखे मनाया जा रहा है। भगत नक्षत्र गिल जी जल्दी महामाई के गुणगान करनगे। ਦਸ਼ਮੇਸ਼ ਪਿਤਾ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਵਤਾਰ ਪੁਰਬ ਤੇ ਹਰ ਸਾਲ ਅੰਮ੍ਰਿਤ ਵੇਲੇ 4 ਵਜੇ ਪ੍ਰਭਾਤ ਫੇਰੀਆਂ ਗੁਰਦੁਆਰਾ ਸਾਹਿਬ ਤੋਂ ਪ੍ਰਾਰੰਭ ਕੀਤੀਆਂ ਜਾਂਦੀਆਂ ਨੇ, ਜਿਨ੍ਹਾਂ ਵਿੱਚ ਸਰਦਾਰ ਇੰਦਰਜੀਤ ਸਿੰਘ ਬਜਾਜ ਅਤੇ ਪੂਰੇ ਨਗਰ ਦੀ ਸੰਗਤ ਰਲ ਕੇ ਸ਼ਬਦਾਂ ਦਾ ਗਾਇਨ ਕਰਦੀ ਹੋਈ ਪੜਾਅਵਾਰ 5 ਦਿਨ ਪਿੰਡ ਦੇ ਹਰ ਘਰ ਵਿੱਚ ਜਾ ਕੇ ਸੁਖ ਸ਼ਾਂਤੀ ਲਈ ਗੁਰੂ ਸਨਮੁਖ ਅਰਦਾਸ ਕਰਦੀ ਹੈ। ਪਿੰਡ ਵਿੱਚ ਸਿਰਫ ਇੱਕ ਹੀ ਘਰ ਮੁਸਲਮਾਨ ਭਾਈਚਾਰੇ ਦਾ ਹੈ। ਖੁਸ਼ੀ ਮੁਹੰਮਦ ਆਪਣੇ ਦੋਨਾਂ ਪੁੱਤਰਾਂ ਨਾਲ ਰਹਿ ਰਿਹਾ ਹੈ, ਜੋ ਬਹੁਤ ਹੀ ਖੁਸ਼ਹਾਲ ਜੀਵਨ ਬਸਰ ਕਰ ਰਿਹਾ ਹੈ। ਪਿੰਡ ਵਿੱਚ ਇੱਕ ਬਹੁਤ ਹੀ ਪੁਰਾਣੀ
ਮਸਜਿਦ ਬਣੀ ਹੋਈ ਹੈ, ਜਿਸ ਵਿੱਚ ਰੋਜ਼ਾਨਾ 5 ਵਕਤ ਦੀ ਨਮਾਜ਼, ਜੁਮੇ ਦੀ ਨਮਾਜ਼ ਤੋਂ ਇਲਾਵਾ ਈਦ ਅਤੇ ਬਕਰੀਦ ਦੀ ਨਮਾਜ਼ ਵੀ ਅਦਾ ਕੀਤੀ ਜਾਂਦੀ ਹੈ। ਮਸਜਿਦ ਦੀ ਦੇਖਭਾਲ ਲਈ ਮੌਲਵੀ ਵੀ ਰੱਖਿਆ ਹੋਇਆ ਹੈ। ਨਾਲ ਹੀ ਪੀਰ ਮੱਖਣ ਸ਼ਾਹ ਦਾ ਮਕਬਰਾ ਹੈ, ਜਿੱਥੇ ਹਰ ਵਰੇ ਸਾਵਣ ਦੇ ਦੂਸਰੇ ਵੀਰਵਾਰ ਸੱਭਿਆਚਾਰਕ ਮੇਲਾ ਕਰਵਾਇਆ ਜਾਂਦਾ ਹੈ, ਜਿਸ ਵਿੱਚ ਉੱਚ ਕੋਟੀ ਦੇ ਕव्ਵਾਲ ਅਤੇ ਗਵਈਏ ਸੱਦੇ ਜਾਂਦੇ ਨੇ। ਇਸ ਦਾ ਬੰਦੋਬਸਤ ਭਾਵੇਂ ਪਿੰਡ ਵਾਸੀ ਹੀ ਕਰਦੇ ਨੇ, ਪਰ ਸਰਦਾਰੀ ਜਨਾਬ ਖੁਸ਼ੀ ਮੁਹੰਮਦ ਦੀ ਹੀ ਹੁੰਦੀ ਹੈ। ਸੱਭਿਆਚਾਰਕ ਮੇਲੇ ਕਰਵਾਉਣ ਲਈ ਪਿੰਡ ਵਿੱਚੋਂ ਹੀ ਜਨਾਬ ਖੁਸ਼ੀ ਮੁਹੰਮਦ ਦੀ ਅਗਵਾਈ ਵਿੱਚ ਇੱਕ ਮੇਲਾ ਇੰਤਜ਼ਾਮੀਆ ਕਮੇਟੀ ਬਣਾਈ ਹੋਈ ਹੈ। ਜਬ ਤੇਰਾ ਨਾਮ ਲਿਆ, ਜਬ ਤੇਰਾ ਨਾਮ ਲਿਆ। ਪਿੰਡ ਦੇ ਨਾਲ ਹੀ ਇੱਕ ਬਸਤੀ ਵਾਲਮੀਕ ਭਾਈਚਾਰੇ ਦੀ ਹੈ। ਇਸ ਭਾਈਚਾਰੇ ਦੀ ਆਬਾਦੀ ਲਗਭਗ 700 ਦੇ ਕਰੀਬ ਹੈ। ਇਸ ਬਸਤੀ ਵਿੱਚ ਸੰਤ ਬਾਬਾ ਗੁਰਚਰਨ ਸਿੰਘ ਜੀ ਨੇ ਸਮੂਹ ਨਗਰ ਅਤੇ ਵਾਲਮੀਕ ਭਾਈਚਾਰੇ ਦੀ ਮਦਦ ਨਾਲ ਇੱਕ ਗੁਰਦੁਆਰਾ ਸਾਹਿਬ ਦੀ ਆਲੀਸ਼ਾਨ ਇਮਾਰਤ ਤਿਆਰ ਕਰਵਾਈ ਹੋਈ ਹੈ, ਜਿੱਥੇ ਦਿਨ ਤਿਉਹਾਰ ਬੜੀ ਸ਼ਰਧਾ ਨਾਲ ਮਨਾਏ ਜਾਂਦੇ ਨੇ। ਪਿੰਡ ਦੇ ਮਾਲ ਮਹਿਕਮੇ ਦੀ ਰਜਿਸਟਰੀ, ਪੁਲਿਸ ਵੈਰੀਫਿਕੇਸ਼ਨ ਅਤੇ ਹੋਰ ਅਤੀ ਅਹਿਮ ਗਵਾਹੀਆਂ ਦੇਣ ਲਈ ਇਸ ਵਕਤ ਪਿੰਡ ਠੱਠਾ ਵਿੱਚ 7 ਨੰਬਰਦਾਰ ਨੇ, ਜਿਨ੍ਹਾਂ ਵਿੱਚ ਸਰਦਾਰ ਬਚਨ ਸਿੰਘ, ਸਰਦਾਰ ਸਾਧੂ ਸਿੰਘ, ਸਰਦਾਰ ਜਗਤ ਸਿੰਘ, ਸਰਦਾਰ ਅਮਰਜੀਤ ਸਿੰਘ, ਸਰਦਾਰ ਸੁਰਿੰਦਰ ਸਿੰਘ, ਸਰਦਾਰ ਨਰਿੰਦਰ ਸਿੰਘ ਅਤੇ ਸਰਦਾਰ ਪ੍ਰੀਤਮ ਸਿੰਘ ਸ਼ਾਮਲ ਨੇ। ਪਿੰਡ ਠੱਠਾ ਨਵਾਂ ਵਿੱਚ ਅੱਜ ਤੱਕ 12 ਪੰਚਾਇਤਾਂ ਬਣ ਚੁੱਕੀਆਂ ਨੇ, ਜਿਨ੍ਹਾਂ ਵਿੱਚ ਸਰਦਾਰ ਬਲਵੰਤ ਸਿੰਘ ਧੋਵਾਰ, ਸਰਦਾਰ ਗੁਰਬਖਸ਼ ਸਿੰਘ, ਸਰਦਾਰ ਬੰਤਾ ਸਿੰਘ, ਸਰਦਾਰ ਗੱਜਣ ਸਿੰਘ ਮੋਮੀ, ਸਰਦਾਰ ਗੰਗਾ ਸਿੰਘ, ਸਰਦਾਰ ਤਰਲੋਚਨ ਸਿੰਘ, ਸਰਦਾਰ ਦਰਸ਼ਨ ਸਿੰਘ, ਸਰਦਾਰ ਇੰਦਰਜੀਤ ਸਿੰਘ, ਸ਼੍ਰੀਮਤੀ ਹਰਬੰਸ ਕੌਰ ਅਤੇ ਸਰਦਾਰ ਸਾਧੂ ਸਿੰਘ ਸਾਬਕਾ ਸਰਪੰਚ ਰਹਿ ਚੁੱਕੇ ਨੇ। ਮੌਜੂਦਾ ਪੰਚਾਇਤ ਵਿੱਚ ਸਰਪੰਚ ਸ਼੍ਰੀਮਤੀ ਜਸਵੀਰ ਕੌਰ MA ਅਤੇ ਸਰਦਾਰ ਵਿਕਰਮ ਸਿੰਘ, ਸਰਦਾਰ ਦਲਜੀਤ ਸਿੰਘ, ਸਰਦਾਰ ਚਰਨਜੀਤ ਸਿੰਘ, ਸਰਦਾਰ ਤੀਰਥ ਸਿੰਘ, ਸਰਦਾਰ ਜਤਿੰਦਰ ਸਿੰਘ, ਸਰਦਾਰ ਬਖਸ਼ੀਸ਼ ਸਿੰਘ, ਸ਼੍ਰੀਮਤੀ ਗੁਰਮੇਜ ਕੌਰ, ਸ਼੍ਰੀਮਤੀ ਪਰਮਜੀਤ ਕੌਰ ਅਤੇ ਸ਼੍ਰੀਮਤੀ ਛਿੰਦੋ ਮੈਂਬਰ ਪੰਚਾਇਤ ਨੇ। ਸਰਦਾਰ ਗੁਰਦੀਪ ਸਿੰਘ ਬਤੌਰ ਚੌਕੀਦਾਰ ਡਿਊਟੀ ਨਿਭਾ ਰਹੇ ਨੇ ਅਤੇ ਇਸੇ ਤਰ੍ਹਾਂ ਸ਼੍ਰੀ ਮਾਂਗੇ ਰਾਮ ਸਫਾਈ ਸੇਵਕ ਦੇ ਤੌਰ ਤੇ ਕੰਮ ਕਰ ਰਹੇ ਨੇ। ਪਿੰਡ ਠੱਟਾ ਪੁਰਾਣਾ ਵਿੱਚ ਹੁਣ ਤੱਕ 5 ਪੰਚਾਇਤਾਂ ਬਣ ਚੁੱਕੀਆਂ ਨੇ, ਜਿਨ੍ਹਾਂ ਵਿੱਚ ਸਰਦਾਰ ਜੋਗਿੰਦਰ ਸਿੰਘ, ਸ਼੍ਰੀਮਤੀ ਸੁਖਵੰਤ ਕੌਰ, ਸਰਦਾਰ ਸਵਰਨ ਸਿੰਘ ਅਤੇ ਸਰਦਾਰ ਗੁਰਦੀਪ ਸਿੰਘ ਸਰਪੰਚ ਰਹਿ ਚੁੱਕੇ ਨੇ। ਮੌਜੂਦਾ ਗ੍ਰਾਮ ਪੰਚਾਇਤ ਵਿੱਚ ਸਰਪੰਚ ਸ਼੍ਰੀਮਤੀ ਬਲਬੀਰ ਕੌਰ ਅਤੇ ਸ਼੍ਰੀਮਤੀ ਅਮਰਜੀਤ ਕੌਰ, ਸ਼੍ਰੀਮਤੀ ਪ੍ਰੀਤਮ ਕੌਰ, ਸਰਦਾਰ ਹਰਿੰਦਰ ਸਿੰਘ, ਸਰਦਾਰ ਭਜਨ ਸਿੰਘ ਅਤੇ ਸਰਦਾਰ ਲਖਵਿੰਦਰ ਸਿੰਘ ਮੈਂਬਰ ਪੰਚਾਇਤ ਨੇ। ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਲਗਭਗ 1920 ਵਿੱਚ ਪਿੰਡ ਵਿੱਚ ਪ੍ਰਾਇਮਰੀ ਸਕੂਲ ਖੁੱਲ੍ਹਿਆ ਸੀ, ਜਿਸ ਨੂੰ ਮਦਰਸਾ ਆਖਦੇ ਸਨ। ਇਹ ਮਦਰਸਾ ਪਿੰਡ ਦੀ ਦੱਖਣ ਵਾਲੀ ਬਾਹੀ ਵਾਲਮੀਕ ਭਾਈਚਾਰੇ ਦੇ ਘਰਾਂ ਵੱਲ ਪਿੰਡ ਨਾਲ ਜੁੜਿਆ ਹੁੰਦਾ ਸੀ। ਇੱਥੇ ਇੱਕ ਮੁਸਲਮਾਨ ਅਧਿਆਪਕ ਬੱਚਿਆਂ ਨੂੰ ਤਾਲੀਮ ਦਿੰਦਾ ਸੀ। ਇਸ ਸਕੂਲ ਵਿੱਚ ਮਾਸਟਰ ਦੁਰਗਾ ਦਾਸ ਸੈਦਪੁਰ ਵਾਲੇ, ਮਾਸਟਰ ਹਰੀਚੰਦ ਟਿੱਬੇ ਵਾਲੇ ਅਤੇ ਮਾਸਟਰ ਬਿਸ਼ਨ ਸਿੰਘ ਪੀਲਾਂਵਾਲ ਵਾਲੇ ਪੜ੍ਹਾਉਂਦੇ ਰਹੇ ਨੇ। ਬਾਅਦ ਵਿੱਚ ਇਹ ਸਕੂਲ ਮਸਜਿਦ ਵਿੱਚ ਚਲਾ ਗਿਆ। ਸਰਕਾਰ ਵੱਲੋਂ ਸੰਨ 1954 ਵਿੱਚ ਪ੍ਰਾਇਮਰੀ ਸਕੂਲ ਦੀ ਨਵੀਂ ਇਮਾਰਤ ਬਣਵਾਈ ਗਈ। 1971 ਵਿੱਚ ਇਹ ਸਕੂਲ ਅਪਗ੍ਰੇਡ ਹੋ ਕੇ ਮਿਡਲ ਸਕੂਲ ਬਣਿਆ, ਜਿਹੜਾ 1996 ਵਿੱਚ ਅਪਗ੍ਰੇਡ ਹੋ ਕੇ ਹਾਈ ਸਕੂਲ ਬਣ ਗਿਆ। ਪੜ੍ਹੇ ਲਿਖੇ ਅਤੇ ਤਜਰਬੇਕਾਰ ਅਧਿਆਪਕਾਂ ਨਾਲ ਲੈਸ ਮੌਜੂਦਾ ਸਰਕਾਰੀ ਸਕੂਲ ਵਿੱਚ ਸਾਰੀਆਂ ਆਧੁਨਿਕ ਸਹੂਲਤਾਂ ਮੌਜੂਦ ਨੇ। ਇਸ ਵਕਤ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ 100 ਅਤੇ ਸਰਕਾਰੀ ਹਾਈ ਸਕੂਲ ਵਿੱਚ 185 ਦੇ ਕਰੀਬ ਵਿਦਿਆਰਥੀ ਸਿੱਖਿਆ ਪ੍ਰਾਪਤ ਕਰ ਰਹੇ ਨੇ। ਮੈਂ ਜਰਨੈਲ ਸਿੰਘ ਸਾਇੰਸ ਮਾਸਟਰ ਵਜੋਂ ਤਕਰੀਬਨ 31 ਸਾਲ ਸੇਵਾ ਨਿਭਾ ਕੇ ਰਿਟਾਇਰ ਹੋਇਆ ਹਾਂ। ਮੇਰੇ ਸੱਜੇ ਪਾਸੇ ਸਰਦਾਰ ਹਰਬਖਸ਼ ਸਿੰਘ ਜੀ ਸੇਵਾ ਮੁਕਤ ਟੀਚਰ ਖੜੇ ਹਨ। ਖੱਬੇ ਪਾਸੇ ਮੇਰੇ ਸਰਦਾਰ ਜੋਗਿੰਦਰ ਸਿੰਘ, ਉਹਨਾਂ ਦੇ ਖੱਬੇ ਪਾਸੇ ਸਰਦਾਰ ਪ੍ਰੀਤਮ ਸਿੰਘ ਜੀ ਰਿਟਾਇਰਡ CHT ਖੜੇ ਹਨ।
ਔਰ ਪਿਛਲੇ ਪਾਸੇ ਸਾਡੇ ਇਸ ਵਕਤ ਮੌਜੂਦਾ ਸਟਾਫ ਹੈ ਸਰਕਾਰੀ ਹਾਈ ਸਕੂਲ ਦਾ। ਜੇ ਅਸੀਂ ਇਸ ਪ੍ਰਾਇਮਰੀ ਸਕੂਲ ਦੇ ਮੁੱਢ ਕਦੀਮ ਵੱਲ ਜਾਈਏ ਤਾਂ ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਲਗਭਗ 1920 ਵਿੱਚ ਪ੍ਰਾਇਮਰੀ ਸਕੂਲ ਇਸ ਪਿੰਡ ਵਿੱਚ ਖੁੱਲ੍ਹਿਆ ਸੀ, ਜਿਸ ਨੂੰ ਮਦਰਸਾ ਕਿਹਾ ਜਾਂਦਾ ਸੀ। ਇਹ ਮਦਰਸਾ ਬਾਲਮੀਕ ਪਿੰਡ ਦੀ ਦੱਖਣ ਵਾਲੀ ਬਾਹੀ ਬਾਲਮੀਕ ਭਾਈਚਾਰੇ ਦੇ ਕੰਧਾਂ ਨਾਲ ਜੁੜਿਆ ਹੁੰਦਾ ਸੀ। ਇਸ ਸਕੂਲ ਵਿੱਚ ਸ਼੍ਰੀ ਦੁਰਗਾ ਦਾਸ ਜੀ ਸੈਦਪੁਰ ਵਾਲੇ ਅਤੇ ਸ਼੍ਰੀ ਹਰੀ ਚੰਦ ਜੀ ਟਿੱਬੇ ਵਾਲੇ ਅਤੇ ਇਸ ਤੋਂ ਬਾਅਦ ਸਰਦਾਰ ਬਿਸ਼ਨ ਸਿੰਘ ਜੀ ਭੀਲਾਂਵਾਲ ਵਾਲੇ ਪੜ੍ਹਾਉਂਦੇ ਰਹੇ ਹਨ। ਪਿੰਡ ਵਿੱਚ ਨਾਲ ਹੀ 3 ਆਂਗਣਵਾੜੀ ਸਕੂਲ ਵੀ ਬਾਖੂਬੀ ਚੱਲ ਰਹੇ ਨੇ। ਸਭਨਾਂ ਨੂੰ ਪਤਾ ਹੈ ਕਿ ਜੇ ਕਿਸੇ ਪਿੰਡ ਨੂੰ ਚਿੱਠੀ ਪਾਈਏ ਤਾਂ ਡਾਕਖਾਨੇ ਦਾ ਪਤਾ ਲਿਖਣਾ ਲਾਜ਼ਮੀ ਹੁੰਦਾ ਹੈ। ਮੇਰੇ ਪਿੰਡ ਦੀ ਇਹ ਖਾਸੀਅਤ ਹੈ ਕਿ ਇਸ ਪਿੰਡ ਦਾ ਡਾਕਖਾਨਾ ਖਾਸ ਹੈ। ਪਿੰਡ ਵਿੱਚ 28 ਅਪ੍ਰੈਲ 1972 ਨੂੰ ਇੱਕ ਸਬ ਪੋਸਟ ਆਫਿਸ ਦੀ ਸ਼ੁਰੂਆਤ ਕੀਤੀ ਗਈ, ਜਿਸ ਵਿੱਚ ਡਾਕ, ਛੋਟੀਆਂ ਬਚਤਾਂ, ਫਿਕਸ ਡਿਪਾਜ਼ਿਟ ਅਤੇ ਮਨੀਗ੍ਰਾਮ ਦੀ ਸਹੂਲਤ ਉਪਲਬਧ ਹੈ। ਪਿੰਡ ਵਿੱਚ ਇੱਕ ਪੰਚਾਇਤ ਘਰ ਅਤੇ ਡਿਸਪੈਂਸਰੀ ਵੀ ਮੌਜੂਦ ਹੈ। ਮਿਤੀ 29 ਮਾਰਚ 2012 ਨੂੰ ਪਿੰਡ ਵਿੱਚ ਪੰਜਾਬ ਗ੍ਰਾਮੀਣ ਬੈਂਕ ਦੀ ਬ੍ਰਾਂਚ ਖੋਲ੍ਹੀ ਗਈ, ਜਿਸ ਵਿੱਚ ਪਿੰਡ ਵਾਸੀਆਂ ਲਈ ਪੈਸੇ ਜਮ੍ਹਾਂ ਕਰਵਾਉਣ ਅਤੇ ਕਢਵਾਉਣ, ਘੱਟ ਵਿਆਜ ਤੇ ਕਰਜ਼ਾ ਲੈਣ, ਫਿਕਸ ਡਿਪਾਜ਼ਿਟ ਅਤੇ ਵੈਸਟਰਨ ਯੂਨੀਅਨ ਮਨੀ ਟ੍ਰਾਂਸਫਰ ਦੀ ਸਹੂਲਤ ਮੁਹੱਈਆ ਹੈ। ਇਹ ਪੰਜਾਬ ਗ੍ਰਾਮੀਣ ਬੈਂਕ ਬ੍ਰਾਂਚ ਨਵਾਂ ਠੱਠਾ, ਇੱਥੇ ਮੈਂ ਮਨੋਜ ਸਿੰਘ ਬ੍ਰਾਂਚ ਮੈਨੇਜਰ ਦੇ ਤੌਰ ਤੇ ਕੰਮ ਕਰ ਰਿਹਾ। ਇਸ ਬ੍ਰਾਂਚ ਨੂੰ ਖੁੱਲ੍ਹੇ ਤਕਰੀਬਨ 1.5 ਸਾਲ ਤੋਂ ਉੱਪਰ ਹੋ ਗਿਆ ਹੈ। ਸਾਡੇ ਕੋਲ ਸੇਵਿੰਗ ਦੀ ਸਕੀਮਾਂ ਤੋਂ ਇਲਾਵਾ ਕਰਜ਼ੇ ਦੀ ਸਕੀਮਾਂ ਵੀ ਬਹੁਤ ਵਧੀਆ ਨੇ। ਜਿਵੇਂ ਕਿਸਾਨ ਵੀਰਾਂ ਵਾਸਤੇ KCC ਲਿਮਿਟ ਹੈ ਜਿਹਦੇ ਸਿਰਫ 4% ਵਿਆਜ ਮਤਲਬ 3 ਲੱਖ ਤੱਕ ਪੈਂਦਾ। ਜਿਹੜਾ ਕਿਸਾਨ ਵੀਰ ਸਮੇਂ ਸਿਰ ਇਸ ਦੀ ਵਾਪਸੀ ਕਰਦੇ ਨੇ ਉਸ ਨੂੰ ਸਿਰਫ 4% ਵਿਆਜ ਪੈਂਦਾ ਹੈ। ਇਸ ਤੋਂ ਇਲਾਵਾ ਹੋਰ ਹਾਊਸਿੰਗ ਲੋਨ, ਕਾਰ ਲੋਨ ਜਾਂ ਪਰਸਨਲ ਲੋਨ ਦੀਆਂ ਸਕੀਮਾਂ ਨੇ। ਵਿਆਹ ਸ਼ਾਦੀਆਂ ਅਤੇ ਹੋਰ ਘਰੇਲੂ ਪ੍ਰੋਗਰਾਮਾਂ ਲਈ ਪਿੰਡ ਵਿੱਚ 2 ਮੈਰਿਜ ਪੈਲੇਸ ਵੀ ਮੌਜੂਦ ਨੇ। ਇੱਕ ਪੈਲੇਸ SS ਫਾਰਮ ਪਿੰਡ ਵਿੱਚ ਹੀ ਹੈ ਅਤੇ ਦੂਸਰਾ ਪੈਲੇਸ ਹੈਪੀ ਰਿਜ਼ੋਰਟ ਸੁਲਤਾਨਪੁਰ ਲੋਧੀ ਵਿਖੇ ਬਣਿਆ ਹੋਇਆ ਹੈ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਰਕਾਰ ਨੇ ਇੰਗਲੈਂਡ ਦੀ ਤਰਜ਼ ਤੇ ਸਹਿਕਾਰੀ ਸਭਾਵਾਂ ਬਣਾਉਣ ਦੀ ਸੋਚੀ ਤਾਂ ਜੋ ਦੁਖੀ ਕਿਸਾਨਾਂ ਨੂੰ ਸ਼ਾਹੂਕਾਰਾਂ ਦੇ ਚੁੰਗਲ ਵਿੱਚੋਂ ਕੱਢਿਆ ਜਾ ਸਕੇ ਅਤੇ ਉਹਨਾਂ ਨੂੰ ਖੇਤੀਬਾੜੀ ਸੰਬੰਧੀ ਕਰਜ਼ੇ, ਸਿਖਲਾਈ ਅਤੇ ਵਧੀਆ ਕਿਸਮ ਦੇ ਬੀਜ ਅਤੇ ਦਵਾਈਆਂ ਮੁਹੱਈਆ ਕਰਵਾਈਆਂ ਜਾ ਸਕਣ। ਇਸ ਤਹਿਤ 14 ਜੂਨ 1958 ਵਿੱਚ ਪਿੰਡ ਠੱਟਾ ਨਵਾਂ ਅਤੇ ਠੱਟਾ ਪੁਰਾਣਾ ਦੇ ਕਿਸਾਨਾਂ ਨੇ ਦੀ ਠੱਟਾ ਕੋਆਪਰੇਟਿਵ ਐਗਰੀਕਲਚਰ ਸੇਵਾ ਸੁਸਾਇਟੀ ਰਜਿਸਟਰ ਕਰਵਾਈ। ਮਿਤੀ 15 ਜੂਨ 1978 ਨੂੰ ਇਸ ਦਿਨ ਇਲਾਕੇ ਦੇ 9 ਪਿੰਡ ਸ਼ਾਮਲ ਹੋ ਗਏ ਅਤੇ ਸਭਾ ਦਾ ਨਾਂ ਦੀ ਠੱਟਾ ਕੋਆਪਰੇਟਿਵ ਮਲਟੀਪਰਪਜ਼ ਐਗਰੀਕਲਚਰ ਸੇਵਾ ਸੁਸਾਇਟੀ ਹੋ ਗਿਆ। ਸਭਾ ਵੱਲੋਂ ਮੈਂਬਰਾਂ ਨੂੰ ਸਮੇਂ-ਸਮੇਂ ਤੇ ਕਿਸਾਨ ਮੇਲੇ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣੇ ਵਿੱਚ ਲਿਜਾਇਆ ਜਾਂਦਾ ਹੈ। ਇਫਕੋ ਸੰਸਥਾ ਦੇ ਸਹਿਯੋਗ ਨਾਲ ਪਸ਼ੂਆਂ ਲਈ ਮੁਫਤ ਮੈਡੀਕਲ ਕੈਂਪ ਵੀ ਲਾਏ ਜਾਂਦੇ ਨੇ। ਜ਼ਿਲ੍ਹੇ ਦੀਆਂ ਸੁਸਾਇਟੀਆਂ ਵਿੱਚੋਂ ਪਹਿਲੇ ਨੰਬਰ ਤੇ ਆਉਣ ਤੇ ਸਨ 1993 ਵਿੱਚ ਪੰਜਾਬ ਦੇ ਉਸ ਵੇਲੇ ਦੇ ਮੁੱਖ ਮੰਤਰੀ ਸਰਦਾਰ ਹਰਚਰਨ ਸਿੰਘ ਬਰਾੜ ਵੱਲੋਂ 21,000 ਰੁਪਏ ਨਗਦ ਇਨਾਮ ਪ੍ਰਾਪਤ ਕੀਤਾ। ਸਨ 2007 ਵਿੱਚ ਪੰਜਾਬ ਦੇ ਉਸ ਵੇਲੇ ਦੇ ਸਹਿਕਾਰਤਾ ਮੰਤਰੀ ਕੈਪਟਨ ਕਮਲਜੀਤ ਸਿੰਘ ਵੱਲੋਂ 50,000 ਰੁਪਏ ਨਗਦ ਇਨਾਮ ਦਿੱਤਾ ਗਿਆ। ਸਨ 2008 ਵਿੱਚ ਪੰਜਾਬ ਦੇ ਉਸ ਵੇਲੇ ਦੇ ਸਹਿਕਾਰਤਾ ਮੰਤਰੀ ਕੈਪਟਨ ਕਮਲਜੀਤ ਸਿੰਘ ਵੱਲੋਂ 50,000 ਰੁਪਏ ਨਗਦ ਇਨਾਮ ਪ੍ਰਾਪਤ ਹੋਇਆ ਅਤੇ ਸਨ 2009 ਵਿੱਚ ਪੰਜਾਬ ਦੇ ਸਹਿਕਾਰਤਾ ਵਿਭਾਗ ਵੱਲੋਂ 50,000 ਰੁਪਏ ਨਗਦ ਇਨਾਮ ਮਿਲਿਆ। ਸਭਾ ਦਾ ਸਮੁੱਚਾ ਕੰਮ ਕੰਪਿਊਟਰਾਈਜ਼ਡ ਹੈ। ਸਭਾ ਦੀ ਕਮੇਟੀ ਵਿੱਚ ਸਰਦਾਰ ਗੁਰਦੀਪ ਸਿੰਘ ਪ੍ਰਧਾਨ ਨੇ, ਸਰਦਾਰ ਬਚਨ ਸਿੰਘ ਮੀਤ ਪ੍ਰਧਾਨ ਅਤੇ ਉਹਨਾਂ ਦੇ ਨਾਲ ਨੇੜਲੇ ਪਿੰਡਾਂ ਤੋਂ 7 ਮੈਂਬਰ ਕਮੇਟੀ ਵਿੱਚ ਸ਼ਾਮਲ ਨੇ। ਇਸ ਸੁਸਾਇਟੀ ਨੂੰ ਉੱਚੇ ਮੁਕਾਮ ਤੱਕ ਲੈ ਜਾਣ ਵਿੱਚ ਸਵਰਗਵਾਸੀ ਸਰਦਾਰ ਊਧਮ ਸਿੰਘ ਦਾ ਬਹੁਤ ਵੱਡਾ ਹੱਥ ਹੈ। ਸਭਾ ਵਿੱਚ ਸਰਦਾਰ ਰਤਨ ਸਿੰਘ ਸਕੱਤਰ, ਸਰਦਾਰ ਹਰਮਿੰਦਰ ਸਿੰਘ ਸੇਲਜ਼ਮੈਨ, ਸਰਦਾਰ ਜਗੀਰ ਸਿੰਘ ਕੈਸ਼ੀਅਰ, ਸ਼੍ਰੀ ਮੰਗਾ ਡਰਾਈਵਰ, ਸਰਦਾਰ ਕਰਤਾਰ ਸਿੰਘ ਸੇਵਾਦਾਰ ਦੀ ਸੇਵਾ ਨਿਭਾ ਰਹੇ ਨੇ।
ਇਸ ਪਿੰਡ ਦੀ ਪੂਰੇ ਇਲਾਕੇ ਵਿੱਚੋਂ ਇਹ ਵਿਲੱਖਣਤਾ, ਇਹ ਖਾਸੀਅਤ ਤੇ ਇਹ ਵਿਸ਼ੇਸ਼ਤਾ ਹੈ ਕਿ ਇਸ ਪਿੰਡ ਦੇ 6 ਵਿਅਕਤੀ PhD ਨੇ, ਜਿਹੜੇ ਵੱਖ-ਵੱਖ ਨਾਮੀ ਸਿੱਖਿਅਕ ਸੰਸਥਾਵਾਂ ਵਿੱਚ ਬਹੁਤ ਉੱਚੇ ਅਹੁਦਿਆਂ ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਨੇ। ਡਾਕਟਰ ਸੂਬਾ ਸਿੰਘ ਥਿੰਦ ਖਾਲਸਾ ਕਾਲਜ ਅੰਮ੍ਰਿਤਸਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਦੇ ਤੌਰ ਤੇ ਸੇਵਾ ਮੁਕਤ ਹੋਏ ਨੇ। ਉਹ ਕੁਝ ਸਮਾਂ ਗੁਰਮਤਿ ਕਾਲਜ ਪਟਿਆਲਾ ਦੇ ਪ੍ਰਿੰਸੀਪਲ ਵੀ ਰਹੇ। ਉਹਨਾਂ ਦੀ ਇੱਕ ਪੁਸਤਕ ਇਨਕਲਾਬੀ ਯੋਧਾ ਸ਼ਹੀਦ ਊਧਮ ਸਿੰਘ ਪ੍ਰਕਾਸ਼ਿਤ ਹੋਈ ਹੈ। ਇਸ ਤੋਂ ਇਲਾਵਾ ਉਹਨਾਂ ਦੇ ਅਨੇਕਾਂ ਲੇਖ ਅਤੇ ਰਚਨਾਵਾਂ ਵੱਖ-ਵੱਖ ਪੱਤਰਕਾਵਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਨੇ। ਡਾਕਟਰ ਕੇਵਲ ਸਿੰਘ ਥਿੰਦ DAV ਕਾਲਜ ਜਲੰਧਰ ਦੇ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਦੇ ਤੌਰ ਤੇ ਸੇਵਾ ਮੁਕਤ ਹੋਏ ਨੇ। ਉਹਨਾਂ ਦੇ ਅਨੇਕਾਂ ਲੇਖ ਵੱਖ-ਵੱਖ ਪੱਤਰਕਾਵਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਨੇ। ਡਾਕਟਰ ਕੁਲਵੰਤ ਸਿੰਘ ਥਿੰਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਫਿਜ਼ਿਕਸ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ ਨੇ। ਉਹਨਾਂ ਦੀ ਇੱਕ ਪੁਸਤਕ ਵਿਗਿਆਨ ਦੇ ਪਾਂਧੀ ਅਤੇ ਹੋਰ ਬਹੁਤ ਸਾਰੇ ਖੋਜ ਲੇਖ ਪ੍ਰਕਾਸ਼ਿਤ ਹੋਏ ਨੇ। ਇਸੇ ਤਰ੍ਹਾਂ ਡਾਕਟਰ ਹਰਮੀਤ ਸਿੰਘ ਥਿੰਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਦੇ ਅਹੁਦੇ ਤੇ ਸੇਵਾ ਨਿਭਾ ਰਹੇ ਨੇ। ਉਹ ਆਪਣੇ ਵਿਸ਼ੇ ਦੇ ਖੋਜ ਕਾਰਜਾਂ ਲਈ ਵਿਦੇਸ਼ ਦੀਆਂ ਕਈ ਯੂਨੀਵਰਸਿਟੀਆਂ ਵਿੱਚ ਜਾ ਕੇ ਭਾਸ਼ਣ ਦੇ ਚੁੱਕੇ ਨੇ। ਡਾਕਟਰ ਬਲਬੀਰ ਸਿੰਘ ਮੋਮੀ SPSK ਖਾਲਸਾ ਕਾਲਜ ਬੇਗੋਵਾਲ ਵਿੱਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਦੇ ਤੌਰ ਤੇ ਇਸ ਵੇਲੇ ਸੇਵਾ ਨਿਭਾ ਰਹੇ ਨੇ। ਉਹਨਾਂ ਦੀ ਇੱਕ ਪੁਸਤਕ ਪੰਜਾਬੀ ਕਵੀਸ਼ਰੀ ਇਤਿਹਾਸ ਤੇ ਪਰੰਪਰਾ ਪ੍ਰਕਾਸ਼ਿਤ ਹੋ ਚੁੱਕੀ ਹੈ। ਜਿੱਥੇ ਉਹਨਾਂ ਨੇ ਮੌਲਿਕ ਕਵੀਸ਼ਰੀ ਦੀ ਸਿਰਜਣਾ ਕੀਤੀ ਹੈ, ਉੱਥੇ ਉਹਨਾਂ ਦੇ ਅਨੇਕਾਂ ਲੇਖ ਵੱਖ-ਵੱਖ ਪੱਤਰਕਾਵਾਂ ਵਿੱਚ ਪ੍ਰਕਾਸ਼ਿਤ ਹੋ ਚੁੱਕੇ ਨੇ। ਡਾਕਟਰ ਹਰਜਿੰਦਰ ਕੌਰ ਥਿੰਦ ਸਪੁੱਤਰੀ ਮਾਸਟਰ ਜਰਨੈਲ ਸਿੰਘ ਚੁੱਪ ਨੇ ਅਮਰੀਕਾ ਦੀ ਯੂਨੀਵਰਸਿਟੀ ਵਿੱਚ ਪਲਾਂਟ ਪੈਥੋਲੋਜੀ ਵਿਸ਼ੇ ਤੇ ਡਾਕਟਰੇਟ ਦੀ ਡਿਗਰੀ ਹਾਸਲ ਕਰਕੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪਿੰਡ ਨੇ ਇਲਾਕੇ ਨੂੰ 5 ਪ੍ਰਸਿੱਧ ਵਕੀਲ ਵੀ ਦਿੱਤੇ ਨੇ, ਜਿਨ੍ਹਾਂ ਵਿੱਚ ਐਡਵੋਕੇਟ ਸੁੱਚਾ ਸਿੰਘ ਮੋਮੀ, ਐਡਵੋਕੇਟ ਜੀਤ ਸਿੰਘ ਮੋਮੀ, ਐਡਵੋਕੇਟ ਸੁਰਿੰਦਰ ਸਿੰਘ ਬਾਲੂ, ਐਡਵੋਕੇਟ ਬਲਵਿੰਦਰ ਸਿੰਘ ਮੋਮੀ ਅਤੇ ਐਡਵੋਕੇਟ ਸਤਨਾਮ ਸਿੰਘ ਮੋਮੀ ਸ਼ਾਮਲ ਨੇ। ਇਸ ਪਿੰਡ ਦੀ ਗੋਦ ਵਿੱਚੋਂ 50 ਦੇ ਕਰੀਬ ਅਧਿਆਪਕ ਪੈਦਾ ਹੋਏ ਨੇ, ਜਿਨ੍ਹਾਂ ਵਿੱਚ ਹੈਡਮਾਸਟਰ ਚੱਲਣ ਸਿੰਘ, ਹੈਡਮਾਸਟਰ ਨਰਿੰਜਨ ਸਿੰਘ, ਸਰਦਾਰ ਗੁਰਮੁਖ ਸਿੰਘ ਰਿਟਾਇਰਡ BPEO, ਸਰਦਾਰ ਊਧਮ ਸਿੰਘ, ਸਰਦਾਰ ਪ੍ਰੀਤਮ ਸਿੰਘ, ਸਰਦਾਰ ਫਕੀਰ ਸਿੰਘ, ਸਰਦਾਰ ਜੋਗਿੰਦਰ ਸਿੰਘ, ਸਰਦਾਰ ਪ੍ਰੀਤਮ ਸਿੰਘ, ਸਰਦਾਰ ਹਰਬਖਸ਼ ਸਿੰਘ, ਸਰਦਾਰ ਗਿਆਨ ਸਿੰਘ, ਸਰਦਾਰ ਮਹਿੰਗਾ ਸਿੰਘ, ਸਰਦਾਰ ਸੁਰਜੀਤ ਸਿੰਘ, ਸਰਦਾਰ ਗੁਰਦੀਪ ਸਿੰਘ, ਸ਼੍ਰੀਮਤੀ ਅਮਰਜੀਤ ਕੌਰ, ਸ਼੍ਰੀਮਤੀ ਨਿਰਮਲ ਕੌਰ, ਸ਼੍ਰੀਮਤੀ ਮਹਿੰਦਰਪਾਲ ਕੌਰ, ਸ਼੍ਰੀ ਮੋਹਨ ਲਾਲ, ਸਰਦਾਰ ਜਰਨੈਲ ਸਿੰਘ, ਸਰਦਾਰ ਦਿਲਬੀਰ ਸਿੰਘ, ਸਰਦਾਰ ਪਿਆਰਾ ਸਿੰਘ, ਸਰਦਾਰ ਸੁਖਵਿੰਦਰ ਸਿੰਘ, ਸ਼੍ਰੀਮਤੀ ਮਹਿੰਦਰਪਾਲ ਕੌਰ, ਸਰਦਾਰ ਜਗਤਾਰ ਸਿੰਘ, ਸਰਦਾਰ ਪਰਮਜੀਤ ਸਿੰਘ, ਸ਼੍ਰੀਮਤੀ ਸੰਤੋਸ਼ ਕੁਮਾਰੀ, ਸਰਦਾਰ ਬਲਕਾਰ ਸਿੰਘ, ਸਰਦਾਰ ਪਰਮਜੀਤ ਸਿੰਘ, ਸਰਦਾਰ ਮਨਜਿੰਦਰ ਸਿੰਘ, ਸਰਦਾਰ ਹਰਜਿੰਦਰ ਸਿੰਘ, ਸ਼੍ਰੀਮਤੀ ਰਾਜਵੀਰ ਕੌਰ, ਸ਼੍ਰੀਮਤੀ ਰਵਿੰਦਰ ਕੌਰ, ਸਰਦਾਰ ਜਸਬੀਰ ਸਿੰਘ, ਸਰਦਾਰ ਜਗਦੀਪ ਸਿੰਘ, ਸਰਦਾਰ ਮੇਜਰ ਸਿੰਘ, ਸਰਦਾਰ ਗੁਰਵਿੰਦਰ ਸਿੰਘ, ਸ਼੍ਰੀਮਤੀ ਅੰਜੂ ਬਾਲਾ, ਸ਼੍ਰੀਮਤੀ ਸੁਖਰਾਜ ਕੌਰ, ਸ਼੍ਰੀਮਤੀ ਕੁਲਵਿੰਦਰ ਕੌਰ, ਸ਼੍ਰੀਮਤੀ ਅਮਨਪ੍ਰੀਤ ਕੌਰ, ਸਰਦਾਰ ਗੁਰਦੀਪ ਸਿੰਘ, ਸਰਦਾਰ ਸੁਖਦੇਵ ਸਿੰਘ, ਸਰਦਾਰ ਨਿਰਮਲ ਸਿੰਘ, ਸ਼੍ਰੀਮਤੀ ਕੁਲਜੀਤ ਕੌਰ, ਸਰਦਾਰ ਅਪਿੰਦਰ ਸਿੰਘ, ਬੀਬੀ ਕੁਲਜੀਤ ਕੌਰ, ਸਰਦਾਰ ਬਲਬੀਰ ਸਿੰਘ, ਸ਼੍ਰੀਮਤੀ ਅਮਰਜੀਤ ਕੌਰ, ਸ਼੍ਰੀਮਤੀ ਬਲਜੀਤ ਕੌਰ, ਸਰਦਾਰ ਸ਼ੰਕਰ ਸਿੰਘ ਅਤੇ ਸ਼੍ਰੀ ਜੈ ਰਾਮ ਆਦਿ ਸ਼ਾਮਲ ਨੇ। ਪਿੰਡ ਠੱਟਾ ਨਵਾਂ ਦਾ ਮਾਲ ਮਹਿਕਮੇ ਵਿੱਚ ਵੀ ਕਾਫੀ ਯੋਗਦਾਨ ਰਿਹਾ ਹੈ। ਇਸ ਪਿੰਡ ਤੋਂ ਗਿਆਨੀ ਹਰਬਚਨ ਸਿੰਘ ਤਹਿਸੀਲਦਾਰ, ਸਰਦਾਰ ਮਹਿੰਗਾ ਸਿੰਘ ਨਾਇਬ ਤਹਿਸੀਲਦਾਰ, ਸਰਦਾਰ ਨੱਥਾ ਸਿੰਘ ਕਾਨੂੰਗੋ, ਸਰਦਾਰ ਜੋਗਿੰਦਰ ਸਿੰਘ ਪਟਵਾਰੀ, ਸਰਦਾਰ ਭਜਨ ਸਿੰਘ ਪਟਵਾਰੀ, ਸਰਦਾਰ ਅਵਤਾਰ ਸਿੰਘ ਕਾਨੂੰਗੋ, ਸਰਦਾਰ ਸੰਤ ਸਿੰਘ ਕਾਨੂੰਗੋ, ਸਰਦਾਰ ਵਸਾਵਾ ਸਿੰਘ ਪਟਵਾਰੀ, ਸਰਦਾਰ ਕਰਤਾਰ ਸਿੰਘ ਪਟਵਾਰੀ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਨੇ। ਸਰਦਾਰ ਪਰਮਿੰਦਰ ਸਿੰਘ ਥਿੰਦ ਚੋਣ ਵਿਭਾਗ ਵਿੱਚ ਬਤੌਰ ਕਾਨੂੰਗੋ ਸੇਵਾਵਾਂ ਨਿਭਾ ਰਹੇ ਨੇ। ਇਸ ਪਿੰਡ ਵਿੱਚੋਂ 35 ਦੇ ਕਰੀਬ ਮੁਲਾਜ਼ਮ ਪੁਲਿਸ ਵਿਭਾਗ ਨਾਲ ਸੰਬੰਧਿਤ ਨੇ, ਜਿਨ੍ਹਾਂ ਵਿੱਚੋਂ ਕੁਝ ਰਿਟਾਇਰ ਹੋ ਚੁੱਕੇ ਨੇ ਅਤੇ ਕੁਝ ਹੁਣ ਵੀ ਵੱਖ-ਵੱਖ ਅਹੁਦਿਆਂ ਤੇ ਬਾਖੂਬੀ ਸੇਵਾ ਨਿਭਾ ਕੇ ਪਿੰਡ ਦਾ ਨਾਂ ਰੌਸ਼ਨ ਕਰ ਰਹੇ ਨੇ। ਇਹਨਾਂ ਵਿੱਚ ਸਰਦਾਰ ਮਹਿੰਦਰ ਸਿੰਘ, ਸਰਦਾਰ ਕੇਵਲ ਸਿੰਘ, ਸਰਦਾਰ ਹਰਬੰਸ ਸਿੰਘ ਪਵਾਰ,
ਸਰਦਾਰ ਬਚਨ ਸਿੰਘ ਰਿਟਾਇਰਡ ਡੀਐਸਪੀ, ਸ਼੍ਰੀ ਤਰਸੇਮ ਲਾਲ ਸ਼ਰਮਾ ਰਿਟਾਇਰਡ ਇੰਸਪੈਕਟਰ, ਸ਼੍ਰੀ ਰਜਿੰਦਰਪਾਲ ਸ਼ਰਮਾ ਰਿਟਾਇਰਡ ਇੰਸਪੈਕਟਰ, ਸ਼੍ਰੀ ਹਰਬੰਸ ਲਾਲ, ਸਰਦਾਰ ਭਜਨ ਸਿੰਘ, ਸਰਦਾਰ ਕਰਤਾਰ ਸਿੰਘ, ਸਰਦਾਰ ਬਲਬੀਰ ਸਿੰਘ ਰਿਟਾਇਰਡ ਇੰਸਪੈਕਟਰ, ਸਰਦਾਰ ਗੁਰਮੇਲ ਸਿੰਘ, ਸ਼੍ਰੀ ਹਰਬਿਲਾਸ, ਸਰਦਾਰ ਨਰਿੰਜਨ ਸਿੰਘ ਰਿਟਾਇਰਡ ਏਐਸਆਈ, ਸਰਦਾਰ ਸੁੱਚਾ ਸਿੰਘ ਪਵਾਰ, ਸਰਦਾਰ ਕਰਨੈਲ ਸਿੰਘ, ਸਰਦਾਰ ਸਾਧੂ ਸਿੰਘ ਸਬ ਇੰਸਪੈਕਟਰ, ਸਰਦਾਰ ਸਵਰਨ ਸਿੰਘ, ਸਰਦਾਰ ਤਰਸੇਮ ਸਿੰਘ, ਸਰਦਾਰ ਸਰਵਣ ਸਿੰਘ, ਸਰਦਾਰ ਅਮਰਜੀਤ ਸਿੰਘ, ਸਰਦਾਰ ਗੁਰਨਾਮ ਸਿੰਘ, ਸਰਦਾਰ ਇਕਬਾਲ ਸਿੰਘ, ਸਰਦਾਰ ਸੁਖਦੇਵ ਸਿੰਘ ਸੋਹਤਾ, ਸਰਦਾਰ ਨਿਰਮਲ ਸਿੰਘ ਸੋਹਤਾ, ਸਰਦਾਰ ਬਲਦੇਵ ਸਿੰਘ, ਸਰਦਾਰ ਅਵਤਾਰ ਸਿੰਘ, ਸਰਦਾਰ ਮੱਖਣ ਸਿੰਘ, ਸਰਦਾਰ ਦਰਸ਼ਨ ਸਿੰਘ, ਸਰਦਾਰ ਸੁਖਜੀਤ ਸਿੰਘ, ਸਰਦਾਰ ਮਨਜੀਤ ਸਿੰਘ, ਸਰਦਾਰ ਸਰਬਜੀਤ ਸਿੰਘ, ਸਰਦਾਰ ਦਰਸ਼ਨ ਸਿੰਘ ਅਤੇ ਸਰਦਾਰ ਪਰਮਜੀਤ ਸਿੰਘ ਸ਼ਾਮਲ ਨੇ। ਪਿੰਡ ਠੱਟਾ ਨਵਾਂ ਵਿੱਚੋਂ ਸਰਦਾਰ ਹਰਭਜਨ ਸਿੰਘ ਸਹੋਤਾ ਸਟੇਟ ਬੈਂਕ ਆਫ ਪਟਿਆਲਾ ਵਿੱਚ ਮੈਨੇਜਰ ਰਹੇ ਅਤੇ ਉਹਨਾਂ ਨੇ ਕਾਫੀ ਨਾਮਣਾ ਖੱਟਿਆ। ਇਸ ਵੇਲੇ ਪਿੰਡ ਠੱਟਾ ਨਵਾਂ ਵਿੱਚੋਂ ਸਰਦਾਰ ਦਿਲਬਰ ਸਿੰਘ ਪੰਜਾਬ ਐਂਡ ਸਿੰਧ ਬੈਂਕ ਵਿੱਚ ਅਕਾਊਂਟਸ ਆਫੀਸਰ ਵਜੋਂ ਬਾਖੂਬੀ ਸੇਵਾ ਨਿਭਾ ਰਹੇ ਨੇ। ਇਸੇ ਤਰ੍ਹਾਂ ਸ਼੍ਰੀ ਚਮਨ ਲਾਲ ਪੰਜਾਬ ਨੈਸ਼ਨਲ ਬੈਂਕ ਵਿੱਚ ਅਕਾਊਂਟਸ ਅਧਿਕਾਰੀ ਅਤੇ ਬੀਬੀ ਲਵਪ੍ਰੀਤ ਕੌਰ ਸਟੇਟ ਬੈਂਕ ਆਫ ਇੰਡੀਆ ਵਿੱਚ ਬਤੌਰ ਅਸਿਸਟੈਂਟ ਮੈਨੇਜਰ ਸੇਵਾਵਾਂ ਨਿਭਾ ਰਹੇ ਨੇ। ਜੇ ਗੱਲ ਕਰੀਏ ਭਾਰਤੀ ਫੌਜ ਦੀ ਤਾਂ ਇਸ ਪਿੰਡ ਦਾ ਯੋਗਦਾਨ ਬਹੁਤ ਵੱਡਾ ਹੈ, ਮਾਣਮੱਤਾ ਹੈ। ਭਾਰਤੀ ਫੌਜ ਵਿੱਚ ਪਿੰਡ ਠੱਟਾ ਤੋਂ 13 ਫੌਜੀ ਸੇਵਾਵਾਂ ਨਿਭਾ ਚੁੱਕੇ ਨੇ, ਜਿਨ੍ਹਾਂ ਵਿੱਚ ਸੂਬੇਦਾਰ ਦੀਦਾਰ ਸਿੰਘ ਮੋਮੀ, ਸੂਬੇਦਾਰ ਪ੍ਰੀਤਮ ਸਿੰਘ, ਲੈਫਟੀਨੈਂਟ ਕਰਨਲ ਬਹਾਦਰ ਸਿੰਘ, ਹਵਾਲਦਾਰ ਪੂਰਨ ਸਿੰਘ, ਹਵਾਲਦਾਰ ਕਰਤਾਰ ਸਿੰਘ, ਹਵਾਲਦਾਰ ਮਲਕੀਤ ਸਿੰਘ, ਸਰਦਾਰ ਕਰਤਾਰ ਸਿੰਘ, ਸਰਦਾਰ ਬਚਿੱਤਰ ਸਿੰਘ, ਸਰਦਾਰ ਕਰਤਾਰ ਸਿੰਘ, ਸਰਦਾਰ ਜੀਤ ਸਿੰਘ, ਸਰਦਾਰ ਹਰਨਾਮ ਸਿੰਘ, ਸਰਦਾਰ ਗੁੱਜਰ ਸਿੰਘ, ਸਰਦਾਰ ਸੋਹਣ ਸਿੰਘ ਸ਼ਾਮਲ ਨੇ। ਸ਼ਹੀਦ ਬੰਤਾ ਸਿੰਘ ਮੁੱਤੀ ਭਾਰਤੀ ਫੌਜ ਵਿੱਚ 1954 ਨੂੰ ਭਰਤੀ ਹੋਏ। 3 ਨਵੰਬਰ 1965 ਦੀ ਭਾਰਤ-ਪਾਕ ਜੰਗ ਸਮੇਂ ਦੁਸ਼ਮਣ ਨਾਲ ਲੋਹਾ ਲੈਂਦੇ ਹੋਏ ਉਹ ਸ਼ਹੀਦੀ ਪ੍ਰਾਪਤ ਕਰ ਗਏ। ਭਾਰਤ ਸਰਕਾਰ ਵੱਲੋਂ ਉਹਨਾਂ ਨੂੰ ਸੈਨਾ ਮੈਡਲ ਨਾਲ ਨਵਾਜ਼ਿਆ ਗਿਆ ਅਤੇ ਸ਼ਹੀਦ ਦੀ ਵਿਧਵਾ ਸ਼੍ਰੀਮਤੀ ਨਰਿੰਜਨ ਕੌਰ ਨੂੰ ਵਾਰ ਜਗੀਰ ਦਿੱਤੀ ਗਈ। ਸਰਦਾਰ ਸੋਹਣ ਸਿੰਘ ਆਜ਼ਾਦੀ ਘੁਲਾਟੀਏ ਰਹੇ ਨੇ, ਜਿਨ੍ਹਾਂ ਨੂੰ ਸਰਕਾਰ ਵੱਲੋਂ ਤਾਮਰ ਪੱਤਰ ਵੀ ਪ੍ਰਦਾਨ ਕੀਤਾ ਗਿਆ ਅਤੇ ਉਹਨਾਂ ਦੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਡਾਕਟਰ ਨਿਰਮਲਜੀਤ ਸਿੰਘ ਬਤੌਰ ਵੈਟਨਰੀ ਡਾਕਟਰ ਸੇਵਾਵਾਂ ਨਿਭਾ ਰਹੇ ਨੇ। ਸਰਦਾਰ ਚਰਨ ਸਿੰਘ, ਸ਼੍ਰੀਮਤੀ ਗੁਰਮੀਤ ਕੌਰ, ਸਰਦਾਰ ਗੁਰਮੇਲ ਸਿੰਘ ਸਿਹਤ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸਰਦਾਰ ਨਛੱਤਰ ਸਿੰਘ ਮੋਮੀ ਬਤੌਰ ਸੁਪਰਿੰਟੈਂਡੈਂਟ ਮਾਰਕੀਟ ਕਮੇਟੀ, ਸਰਦਾਰ ਬਖਸ਼ੀਸ਼ ਸਿੰਘ ਬਤੌਰ ਮੰਡੀ ਸੁਪਰਵਾਈਜ਼ਰ ਮਾਰਕੀਟ ਕਮੇਟੀ, ਸਰਦਾਰ ਹਰਜਿੰਦਰ ਸਿੰਘ ਬਤੌਰ ਖੇਤੀਬਾੜੀ ਵਿਕਾਸ ਅਫਸਰ ਸੇਵਾਵਾਂ ਸਰੰਜਾਮ ਦੇ ਰਹੇ ਨੇ। ਇਸੇ ਤਰ੍ਹਾਂ ਸਰਦਾਰ ਮਲਕੀਤ ਸਿੰਘ ਬਤੌਰ ਟੈਕਸ ਕਲੈਕਟਰ ਸੇਵਾਵਾਂ ਨਿਭਾ ਰਹੇ ਨੇ। ਸਰਦਾਰ ਸਾਧੂ ਸਿੰਘ ਸਿਤਾਰਾ ਪੋਸਟਲ ਐਂਡ ਟੈਲੀਗ੍ਰਾਫ ਵਿਭਾਗ ਵਿੱਚੋਂ ਬਤੌਰ ਸੀਨੀਅਰ ਅਕਾਊਂਟਸ ਆਫੀਸਰ ਸੇਵਾ ਮੁਕਤ ਹੋਏ ਨੇ। ਜੇ ਗੱਲ ਕਰੀਏ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੀ ਤਾਂ ਇਸ ਪਿੰਡ ਦੇ ਜੰਪਲ ਸਰਦਾਰ ਸੁਖਦੇਵ ਸਿੰਘ, ਸਰਦਾਰ ਸ਼ਿਵਚਰਨ ਸਿੰਘ, ਸਰਦਾਰ ਲਖਵਿੰਦਰ ਸਿੰਘ, ਸਰਦਾਰ ਤਰਸੇਮ ਸਿੰਘ, ਸਰਦਾਰ ਬਲਦੇਵ ਸਿੰਘ, ਸਰਦਾਰ ਜਸਬੀਰ ਸਿੰਘ, ਸਰਦਾਰ ਰਣਜੀਤ ਸਿੰਘ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵਿੱਚ ਸੇਵਾਵਾਂ ਨਿਭਾ ਚੁੱਕੇ ਨੇ। ਸਰਦਾਰ ਗੁਰਦੀਪ ਸਿੰਘ ਕਰ ਅਤੇ ਆਬਕਾਰੀ ਮਹਿਕਮੇ ਵਿੱਚ ਬਤੌਰ ਸੁਪਰਡੈਂਟ, ਸ਼੍ਰੀ ਨਰੇਸ਼ ਕੁਮਾਰ ਸ਼ਰਮਾ ਆਮਦਨ ਕਰ ਵਿਭਾਗ ਵਿੱਚ, ਸਰਦਾਰ ਸਰਬਜੀਤ ਸਿੰਘ ਥਿੰਦ ਬਤੌਰ ਅਰਜ਼ੀ ਨਵੀਸ, ਸ਼੍ਰੀਮਤੀ ਭੁਪਿੰਦਰ ਕੌਰ ਵਰਮਾ ਅਤੇ ਸ਼੍ਰੀਮਤੀ ਬੇਅੰਤ ਕੌਰ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸਰਦਾਰ ਸਾਧੂ ਸਿੰਘ, ਸਰਦਾਰ ਮੁਖਤਾਰ ਸਿੰਘ, ਸਰਦਾਰ ਸ਼ਿੰਗਾਰਾ ਸਿੰਘ, ਸ਼੍ਰੀ ਪੁਰਸ਼ੋਤਮ ਲਾਲ ਅਤੇ ਸ਼੍ਰੀ ਵਿਜੇ ਕੁਮਾਰ ਪੰਜਾਬ ਰੋਡਵੇਜ਼ ਵਿੱਚ ਸੇਵਾਵਾਂ ਨਿਭਾ ਚੁੱਕੇ ਨੇ। ਸਰਦਾਰ ਸੁਖਦੇਵ ਸਿੰਘ ਥਿੰਦ, ਸਰਦਾਰ ਮੱਸਾ ਸਿੰਘ, ਸਰਦਾਰ ਗੁਰਦੀਪ ਸਿੰਘ, ਸਰਦਾਰ ਮੋਹਨ ਸਿੰਘ, ਸਰਦਾਰ ਹਰਬੰਸ ਸਿੰਘ PWD ਵਿੱਚ ਸੇਵਾਵਾਂ ਨਿਭਾ ਚੁੱਕੇ ਨੇ। ਸ਼੍ਰੀ ਰੇਸ਼ਮ ਸਿੰਘ, ਸਰਦਾਰ ਮਲਕੀਤ ਸਿੰਘ, ਸਰਦਾਰ ਜਸਵੰਤ ਸਿੰਘ, ਸਰਦਾਰ ਅਮਰ ਸਿੰਘ, ਸਰਦਾਰ ਅਰਵਿੰਦਰ ਸਿੰਘ ਰੇਲ ਕੋਚ ਫੈਕਟਰੀ ਵਿੱਚ ਸੇਵਾਵਾਂ ਇਸ ਵੇਲੇ ਬਾਖੂਬੀ ਨਿਭਾ ਰਹੇ ਨੇ। ਸਰਦਾਰ ਸੰਦੀਪ ਸਿੰਘ, ਸਰਦਾਰ ਗਗਨਜੀਤ ਸਿੰਘ, ਸਰਦਾਰ ਗੁਰਵਿੰਦਰ ਸਿੰਘ, ਸਰਦਾਰ ਕੁਲਦੀਪ ਸਿੰਘ, ਸਰਦਾਰ ਹਰਜੀਤ ਸਿੰਘ ਅਤੇ ਸਰਦਾਰ
ਬਲਜੀਤ ਸਿੰਘ ਆਦਿ ਸ਼ਾਮਲ ਨੇ। ਪਿੰਡ ਵਿੱਚ ਖੇਤੀਬਾੜੀ ਅਤੇ ਸਰਕਾਰੀ ਨੌਕਰੀ ਤੋਂ ਇਲਾਵਾ ਪਿੰਡ ਦੇ ਲੋਕਾਂ ਦੇ ਆਪੋ ਆਪਣੇ ਕਾਰੋਬਾਰ ਵੀ ਚੱਲ ਰਹੇ ਨੇ, ਜਿਨ੍ਹਾਂ ਵਿੱਚ ਚੇਲਾ ਇੰਜੀਨੀਅਰਿੰਗ ਵਰਕਸ, ਮੋਹਨ ਕਲਾਥ ਹਾਊਸ, ਥਿੰਦ ਆਇਰਨ ਸਟੋਰ ਸੁਲਤਾਨਪੁਰ ਲੋਧੀ, ਬਾਬਾ ਵੀਰ ਸਿੰਘ ਖਾਦ ਸਟੋਰ, ਸੌਂਦ ਬਿਲਡਿੰਗ ਮਟੀਰੀਅਲ ਸਟੋਰ, ਮੋਮੀ ਜਨਰਲ ਸਟੋਰ, ਮਾਡਰਨ ਜਨਰਲ ਸਟੋਰ, ਥਿੰਦ ਕਰਿਆਨਾ ਸਟੋਰ, ਮੋਮੀ ਟੈਂਟ ਹਾਊਸ, ਗੁਰੂ ਨਾਨਕ ਟੈਂਟ ਹਾਊਸ, ਮੋਮੀ ਟੈਂਟ ਹਾਊਸ, ਦਸ਼ਮੇਸ਼ ਇੰਜੀਨੀਅਰਿੰਗ ਵਰਕਸ, ਦੇਵਗਨ ਆਟਾ ਚੱਕੀ ਪ੍ਰਮੁੱਖ ਤੌਰ ਤੇ ਸ਼ੁਮਾਰ ਨੇ। ਸਰਦਾਰ ਸ਼ਿੰਗਾਰ ਸਿੰਘ, ਸਰਦਾਰ ਬਲਦੇਵ ਸਿੰਘ ਅਤੇ ਸਰਦਾਰ ਗੁਰਦੀਪ ਸਿੰਘ ਆਪੋ ਆਪਣਾ ਆੜਤ ਦਾ ਕੰਮ ਕਰਦੇ ਨੇ। ਪਿੰਡ ਠੱਟਾ ਪੁਰਾਣਾ ਤੋਂ ਕਾਮਰੇਡ ਪ੍ਰੀਤਮ ਸਿੰਘ 1951 ਵਿੱਚ ਕਾਮਰੇਡ ਕਰਤਾਰ ਸਿੰਘ ਠੱਟਾ ਦੀ ਪ੍ਰੇਰਣਾ ਸਦਕਾ ਭਾਰਤੀ ਕਮਿਊਨਿਸਟ ਪਾਰਟੀ ਦੇ ਮੈਂਬਰ ਬਣ ਗਏ। 1955 ਈਸਵੀ ਵਿੱਚ ਹੜ੍ਹ ਨਾਲ ਪ੍ਰਭਾਵਿਤ ਲੋਕਾਂ ਨੂੰ ਮੁਆਵਜ਼ਾ ਦਿਵਾਉਣ ਲਈ 1 ਮਹੀਨਾ ਜਦੋਜਹਿਦ ਕੀਤੀ। 1959 ਵਿੱਚ ਖੁਸ਼ ਹੈਸੀਅਤੀ ਟੈਕਸ ਦੇ ਮੋਰਚੇ ਵਿੱਚ 2 ਮਹੀਨੇ ਰੋਹਤਕ ਜੇਲ੍ਹ ਵਿੱਚ ਨਜ਼ਰਬੰਦ ਰਹੇ ਅਤੇ ਪੰਜਾਬੀ ਸੂਬੇ ਦੇ ਮੋਰਚੇ ਸਮੇਂ ਸ਼ਹਿਰੀ ਆਜ਼ਾਦੀ ਦੇ ਕੋਲ ਦੌਰਾਨ ਪਾਰਟੀ ਵਿੱਚ ਹੁੰਦਿਆਂ ਉਹਨਾਂ ਨੇ ਜੇਲ੍ਹ ਕੱਟੀ। ਆਪ ਜੀ ਕਾਫੀ ਸਮਾਂ ਪਿੰਡ ਦੇ ਪੰਚ ਰਹੇ ਅਤੇ 6 ਸਾਲ ਐਗਰੀਕਲਚਰਲ ਕੋਆਪਰੇਟਿਵ ਸੁਸਾਇਟੀ ਠੱਠਾ ਦੇ ਪ੍ਰਧਾਨ ਵੀ ਰਹੇ। ਇਸ ਵਕਤ ਪਿੰਡ ਵਿੱਚ ਸਭ ਤੋਂ ਵੱਧ ਉਮਰ ਦੇ ਮਰਦ ਅਤੇ ਪੈਨਸ਼ਨਰ ਗਿਆਨੀ ਹਰਬਚਨ ਸਿੰਘ ਰਿਟਾਇਰਡ ਤਹਿਸੀਲਦਾਰ ਨੇ। ਪਿੰਡ ਵਿੱਚੋਂ ਸਭ ਤੋਂ ਵੱਧ ਉਮਰ ਦੀ ਔਰਤ ਸ਼੍ਰੀਮਤੀ ਹੁਕਮ ਕੌਰ ਹੈ। ਜੇ ਗੱਲ ਕਰੀਏ ਕਲਾ ਦੇ ਖੇਤਰ ਦੀ ਤਾਂ ਪਿੰਡ ਠੱਟਾ ਨਵਾਂ ਦਾ ਆਪਣਾ ਵਿਸ਼ੇਸ਼ ਅਤੇ ਸ਼ਲਾਘਾਯੋਗ ਯੋਗਦਾਨ ਹੈ, ਜਿਸ ਤੇ ਹਰ ਪਿੰਡ ਵਾਸੀ ਮਾਣ ਕਰ ਸਕਦਾ ਹੈ। ਇਸ ਪਿੰਡ ਤੋਂ ਢਾਡੀ ਰਤਨ ਸਿੰਘ ਨਤੜਕ ਪਿੰਡ ਠੱਟਾ ਨਵਾਂ ਦੀ ਧਰਤੀ ਤੇ ਜੰਮਿਆ ਪਲਿਆ ਉਹ ਇਨਸਾਨ ਹੈ ਜਿਸ ਨੇ ਆਪਣੀ ਢਾਡੀ ਕਲਾ ਰਾਹੀਂ ਆਪਣਾ ਅਤੇ ਆਪਣੇ ਨਗਰ ਦਾ ਨਾਂ ਪੂਰੀ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਇਆ। ਸਰੋਤਿਆਂ ਵੱਲੋਂ ਮਿਲੇ ਮਾਣ ਸਦਕਾ 1965 ਵਿੱਚ ਉਹਨਾਂ ਨੇ ਆਪਣਾ ਢਾਡੀ ਜਥਾ ਬਣਾਇਆ ਅਤੇ ਪੰਜਾਬ ਅਤੇ ਹੋਰਨਾਂ ਦੇਸ਼ਾਂ ਵਿੱਚ ਥਾਂ-ਪੁਰ ਥਾਂ ਜਾ ਕੇ ਸਿੱਖ ਸੰਗਤਾਂ ਦੀ ਇਤਿਹਾਸ ਰਾਹੀਂ ਸੇਵਾ ਕਰਨੀ ਆਰੰਭ ਕੀਤੀ। 1979 ਵਿੱਚ ਆਪ ਨੂੰ ਪਹਿਲੀ ਵਾਰ ਜਥੇ ਸਮੇਤ ਇੰਗਲੈਂਡ ਜਾਣ ਦਾ ਸੁਭਾਗ ਪ੍ਰਾਪਤ ਹੋਇਆ। ਵਿਦੇਸ਼ਾਂ ਦੇ ਟੂਰ ਲੱਗਦੇ ਰਹੇ ਪਰ ਆਪ 1987 ਵਿੱਚ ਮੁਸਤਕਿਲ ਤੌਰ ਤੇ ਯਾਨੀ ਪੱਕੇ ਤੌਰ ਤੇ ਕੈਨੇਡਾ ਵਿੱਚ ਟਿਕ ਗਏ ਅਤੇ ਢਾਡੀ ਕਲਾ ਰਾਹੀਂ ਸਿੱਖ ਪੰਥ ਦੀ ਅਤੇ ਸੰਗਤਾਂ ਦੀ ਮਹਾਨ ਸੇਵਾ ਇਸ ਵੇਲੇ ਕਰ ਰਹੇ ਨੇ। ਕਵੀਸ਼ੀ ਦੇ ਖੇਤਰ ਵਿੱਚ ਉੱਘਾ ਨਾਂ ਹੈ ਪਿੰਡ ਦੇ ਜੰਪਲ ਕਵੀਸ਼ਰ ਸੁਖਵਿੰਦਰ ਸਿੰਘ ਮੋਮੀ ਦਾ। ਕਵੀਸ਼ਰ ਸੁਖਵਿੰਦਰ ਸਿੰਘ ਮੋਮੀ ਨੇ ਆਪਣੇ ਦੇਸ਼ ਤੋਂ ਛੁੱਟ ਕੈਨੇਡਾ, ਨਿਊਜ਼ੀਲੈਂਡ, ਇਟਲੀ, ਜਰਮਨ, ਬੈਲਜੀਅਮ, ਫਰਾਂਸ, ਹਾਲੈਂਡ, ਥਾਈਲੈਂਡ ਅਤੇ ਆਸਟ੍ਰੇਲੀਆ ਵਿੱਚ ਜਾ ਕੇ ਕਵੀਸ਼ੀ ਦਾ ਗਾਇਨ ਕੀਤਾ ਹੈ। ਉਹਨਾਂ ਦੀਆਂ ਕਵੀਸ਼ੀ ਦੀਆਂ 2 ਪੁਸਤਕਾਂ, ਇੱਕ ਸਰਕਾਰ ਬਾਝੋਂ ਤੇ ਜੋ ਲਹਿਰੇ ਦੀਨ ਕੇ ਹੇਤ ਪ੍ਰਕਾਸ਼ਿਤ ਹੋ ਚੁੱਕੀਆਂ ਨੇ। 3 ਆਡੀਓ ਕੈਸਟਾਂ ਵੀ ਉਹਨਾਂ ਦੀਆਂ ਰਿਲੀਜ਼ ਹੋ ਚੁੱਕੀਆਂ ਨੇ। ਉਹਨਾਂ ਨੇ ਬਹੁਤ ਸਾਰੇ ਕਵੀਸ਼ਰੀ ਪ੍ਰਸੰਗਾਂ, ਫੁਟਕਲ ਛੰਦਾਂ ਅਤੇ ਕਹਾਣੀਆਂ ਦੀ ਸਿਰਜਣਾ ਵੀ ਕੀਤੀ ਹੈ। ਹੋਈਆਂ ਸਵਾਈਆਂ ਨੇ ਨਗਰ ਦੇ ਲੋਕੀ ਆਉਂਦੇ, ਢੇੜ ਵਧਾਈਆਂ ਨੇ ਖੁਸ਼ੀਆਂ ਸੀ ਉਦੋਂ ਵਰਤਾਈਆਂ। ਮਾਤਾ ਗੁਜਰੀ ਦੇ ਵੇੜੇ ਚੰਨ ਸੀ ਚੜਿਆ, ਹੋਈਆਂ ਸੀ ਉਦੋਂ ਰੋਸ਼ਨਾਈਆਂ। ਢਾਡੀ ਸ਼ੀਤਲ ਸਿੰਘ ਹੀਰਾ ਪਿੰਡ ਠੱਟਾ ਦਾ ਬਹੁਤ ਹੀ ਉੱਚ ਕੋਟੀ ਦਾ ਸਰੰਗੀ ਮਾਸਟਰ ਹੈ। ਉਹਨਾਂ ਨੇ ਇਹ ਵਿਦਿਆ ਆਪਣੇ ਉਸਤਾਦ ਢਾਡੀ ਫੌਜਾ ਸਿੰਘ ਸਾਗਰ ਅਤੇ ਜਗਜੀਤ ਸਿੰਘ ਜੱਗਾ ਕੋਲੋਂ ਪ੍ਰਾਪਤ ਕੀਤੀ ਹੈ। ਇਸ ਵਕਤ ਆਪ ਜੀ ਢਾਡੀ ਸ਼ਿੰਗਾਰਾ ਸਿੰਘ ਬੱਲ ਦੇ ਢਾਡੀ ਜਥੇ ਨਾਲ ਜੁੜ ਕੇ ਢਾਡੀ ਵਾਰਾਂ ਦਾ ਗਾਇਨ ਕਰ ਰਹੇ ਨੇ। ਇਹਨਾਂ ਦੀ ਇੱਕ VCD ਕੈਸਟ ਨਸ਼ਿਆਂ ਨੇ ਘਰ ਪੱਟਤਾ ਮਾਰਕੀਟ ਵਿੱਚ ਸੰਗਤਾਂ ਦੇ ਸਨਮੁਖ ਆ ਚੁੱਕੀ ਹੈ, ਜਿਸ ਨੂੰ ਸੰਗਤਾਂ ਤੋਂ ਭਰਪੂਰ ਹੁੰਗਾਰਾ ਮਿਲਿਆ ਹੈ। ਅੱਜ ਤੱਕ ਇਹ ਆਪਣੇ ਜਥੇ ਨਾਲ ਕੈਨੇਡਾ ਅਤੇ ਅਮਰੀਕਾ ਵਿੱਚ ਢਾਡੀ ਵਾਰਾਂ ਦਾ ਗਾਇਨ ਕਰਨ ਲਈ ਕਈ ਵਾਰ ਚੱਕਰ ਮਾਰ ਆਏ ਨੇ। ਆਪਣੇ ਜਥੇ ਨਾਲ ਕੈਨੇਡਾ ਅਤੇ ਅਮਰੀਕਾ ਵਿੱਚ ਢਾਡੀ ਵਾਰਾਂ ਦਾ ਗਾਇਨ ਕਰਨ ਲਈ ਕਈ ਵਾਰ ਚੱਕਰ ਮਾਰ ਆਏ ਨੇ। ਜਿਸ ਦਿਨ ਦੀ ਤੇਰੀ ਧੀ ਹੋ ਗਈ
ਮਟਿਆਰ ਬਾਬਲਾ ਵੇ ਕਿਉਂ ਸਮਝਦਾ ਮੈਨੂੰ ਸਿਰ ਤੇ ਭਾਰ ਬਾਬਲਾ ਵੇ। ਸਤਨਾਮ ਤੰਜਲ ਜੀ ਪਿੰਡ ਠੱਟਾ ਦੇ ਉੱਚ ਕੋਟੀ ਦੇ ਗਾਇਕ ਨੇ। ਇਸ ਵਕਤ ਸਤਨਾਮ ਤੰਜਲ ਮੈਡਮ ਸੁਖਵਿੰਦਰ ਸੋਨੀ ਨਾਲ ਡਿਊਟ ਜੋੜੀ ਦੇ ਤੌਰ ਤੇ ਗਾਇਕੀ ਦੇ ਖੇਤਰ ਵਿੱਚ ਆਪਣੀ ਛਾਪ ਛੱਡ ਰਹੇ ਨੇ। ਮੈਡਮ ਰੰਜਨਾ, ਸੁਰਿੰਦਰ ਲਾਡੀ, ਅਵਤਾਰ ਸਫਰੀ, ਸੁਖਵਿੰਦਰ ਪੰਛੀ, ਗੋਰਾ ਚੱਕਵਾਲਾ, ਭਾਈ ਅਮਰਜੀਤ, ਕੁਲਦੀਪ ਸ਼ੇਰਗਿੱਲ, ਪ੍ਰਵੀਨ ਪਾਟਾ ਨਾਲ 5 ਮਲਟੀ ਕੈਸਟਾਂ ਆ ਚੁੱਕੀਆਂ ਨੇ। ਜਲਦ ਹੀ ਇਹਨਾਂ ਦੀ ਪੰਜਾਬੀ ਗੀਤਾਂ ਦੀ ਕੈਸਟ ਆ ਰਹੀ ਹੈ। ਆਪ ਆਪਣੀ ਗਾਇਕੀ ਦਾ ਪ੍ਰਦਰਸ਼ਨ ਕੈਨੇਡਾ, ਜਰਮਨੀ ਅਤੇ ਇੰਗਲੈਂਡ ਵਿੱਚ ਵੀ ਕਰ ਚੁੱਕੇ ਨੇ। ਸੋਚੀ ਡੁੱਬਿਆ ਮੈਂ ਨਾ, ਸੋਚੀ ਡੁੱਬਿਆ ਮੈਂ ਨਾ, ਸਕਦੀ ਵੇਖ ਬਾਬਲਾ ਵੇ ਧੁਰੋਂ ਲਿਖਾ ਕੇ ਲਿਆਉਂਦੀਆਂ ਧੀਆਂ ਲੇਖ ਬਾਬਲਾ ਵੇ। ਗੀਤਕਾਰ ਬਲਬੀਰ ਸਿੰਘ ਬੀਲਾ ਪਿੰਡ ਠੱਟਾ ਦਾ ਬਹੁਤ ਹੀ ਸੂਝਵਾਨ, ਉੱਭਰਦਾ ਹੋਇਆ, ਹੋਣਹਾਰ ਅਤੇ ਲਿਖਣ ਸ਼ੈਲੀ ਵਿੱਚ ਪਰਪੱਕ ਗੀਤਕਾਰ ਹੈ। ਉਸ ਨੇ ਲਗਭਗ 30 ਗੀਤਾਂ ਦੀ ਰਚਨਾ ਕੀਤੀ ਹੈ, ਜਿਨ੍ਹਾਂ ਨੂੰ ਗਾਇਕ ਨਿਰਮਲ ਨਿੰਮੀ, ਦਲੇਰ ਪੰਜਾਬੀ, ਸਤਨਾਮ ਤੰਜਲ ਅਤੇ ਢਾਡੀ ਲਖਵਿੰਦਰ ਸਿੰਘ ਲਹਿਰੀ ਨੇ ਆਪਣੀ ਆਵਾਜ਼ ਵਿੱਚ ਗਾਇਆ ਹੈ। ਕੱਲ ਅਰਥੀ ਮੇਰੀ ਆਉਣਾ ਨਾ ਲੈਣ ਨੀ, ਵੇਖ ਕੇ ਲਾਸ਼ ਪੁੱਤਰ ਦੀ ਪਾਉਣੇ ਨਾ ਵੈਣ ਨੀ, ਦਾਤਾ ਤੇ ਭਗਤ ਸੂਰਮੇ ਜਿਉਂਦੇ ਜਗ ਰਹਿਣ ਨੀ, ਵਿਚੇ ਵਿੱਚ ਅਣਖ ਅਸਾਂ ਦੀ ਸਾਨੂੰ ਪਈ ਕੂਰੇ ਨੀ। ਗੀਤਕਾਰ ਜੀਤ ਠੱਟੇਵਾਲਾ ਪਿੰਡ ਦਾ ਬਹੁਤ ਹੀ ਹਰਮਨ ਪਿਆਰਾ ਗੀਤਕਾਰ ਹੈ। ਉਸਨੇ ਲਗਭਗ 150 ਦੇ ਕਰੀਬ ਪੰਜਾਬੀ ਗੀਤ ਲਿਖੇ ਨੇ, ਜਿਨ੍ਹਾਂ ਨੂੰ ਗਾਇਕ ਸੁਖਪਾਲ ਉੱਚੇਵਾਲਾ, ਪ੍ਰੀਤਮ ਔਜਲਾ, ਰਜਿੰਦਰ ਰਾਜਾ ਅਤੇ ਕੁਲਵਿੰਦਰ ਪ੍ਰਵਾਜ਼ ਨੇ ਆਪਣੀ ਪੁਰਸੋਜ਼ ਆਵਾਜ਼ ਦੇ ਕੇ ਸਰੋਤਿਆਂ ਦੇ ਸਨਮੁਖ ਕੀਤਾ ਹੈ। ਜਾ ਲੰਡਨ ਦੀ ਧਰਤੀ ਤੇ ਅੜਵੈਰੀ ਮਿਕਾਉਣਾ ਜਾਣਦੇ ਨੇ, ਪੁੱਤ ਪੰਜਾਬੀ ਅਣਖ ਦਾ ਬੂਟਾ ਲਾਉਣਾ ਜਾਣਦੇ ਨੇ, ਪੁੱਤ ਪੰਜਾਬੀ ਅਣਖ ਦਾ ਬੂਟਾ ਲਾਉਣਾ ਜਾਣਦੇ ਨੇ। ਪਿੰਡ ਠੱਟਾ ਵਿੱਚੋਂ ਲਗਭਗ 250 ਦੇ ਕਰੀਬ ਪਿੰਡ ਵਾਸੀ ਰੋਜ਼ੀ ਰੋਟੀ ਖਾਤਰ ਵਿਦੇਸ਼ਾਂ ਵਿੱਚ ਜੀਵਨ ਬਤੀਤ ਕਰ ਰਹੇ ਨੇ, ਜੋ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਪਿੰਡ ਦੇ ਵਿਕਾਸ, ਪਿੰਡ ਦੀ ਤਰੱਕੀ, ਪਿੰਡ ਦੇ ਫਲਾਹ ਬਹਿਬੂਦ ਵਿੱਚ ਵੀ ਆਰਥਿਕ ਯੋਗਦਾਨ ਪਾ ਰਹੇ ਨੇ। ਇਹਨਾਂ ਵਿਦੇਸ਼ੀ ਵੀਰਾਂ ਦੇ ਸਹਿਯੋਗ ਨਾਲ ਹੀ ਇਸ ਪਿੰਡ ਦੀ ਇੱਕ ਵੈਬਸਾਈਟ ਬਣਾਈ ਗਈ ਹੈ, ਜੋ ਕਿ ਪੰਜਾਬ ਦੇ ਕਿਸੇ ਪਿੰਡ ਦੀ ਪੰਜਾਬੀ ਭਾਸ਼ਾ ਵਿੱਚ ਬਣੀ ਹੋਈ ਪਹਿਲੀ ਵੈਬਸਾਈਟ ਹੈ। ਇਸ ਤਰ੍ਹਾਂ ਇਹ ਮਾਣ ਇਸ ਪਿੰਡ ਨੂੰ ਜਾਂਦਾ ਹੈ, ਜਿਸ ਨੇ ਇਹ ਵਿਲੱਖਣ ਪ੍ਰਾਪਤੀ ਕੀਤੀ ਹੈ। ਇਸ ਵੈਬਸਾਈਟ ਨੂੰ ਸਰਦਾਰ ਹਰਜਿੰਦਰ ਸਿੰਘ ਇੱਕ ਸ਼ੌਕ ਵਜੋਂ ਨਿਸ਼ਕਾਮ ਸੇਵਾ ਭਾਵਨਾ ਨਾਲ ਚਲਾ ਰਹੇ ਨੇ। ਪਿੰਡ ਦੇ ਹਰੇਕ ਪਹਿਲੂ ਨੂੰ ਉਜਾਗਰ ਕਰਦੀ ਹਰ ਕਿਸਮ ਦੀ ਜਾਣਕਾਰੀ ਇਸ ਵੈਬਸਾਈਟ ਵਿੱਚ ਪਾਈ ਗਈ ਹੈ। ਇਸ ਵੈਬਸਾਈਟ ਰਾਹੀਂ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਠੱਟਾ ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ, ਪਿੰਡ ਦੀਆਂ ਖਬਰਾਂ, ਧਾਰਮਿਕ ਪ੍ਰੋਗਰਾਮਾਂ ਦੀਆਂ ਤਸਵੀਰਾਂ, ਵੀਡੀਓ ਅਤੇ ਸਿੱਧਾ ਪ੍ਰਸਾਰਣ ਦੇਸ਼ ਵਿਦੇਸ਼ ਵਿੱਚ ਬੈਠੇ ਇਲਾਕਾ ਨਿਵਾਸੀਆਂ ਤੱਕ ਪੁੱਜਦਾ ਕੀਤਾ ਜਾਂਦਾ ਹੈ। ਵਿਦੇਸ਼ਾਂ ਵਿੱਚ ਰਹਿ ਰਹੇ ਕੁਝ ਪਿੰਡ ਵਾਸੀਆਂ ਵੱਲੋਂ ਉੱਥੇ ਸਮਾਜ ਭਲਾਈ ਦੇ ਕੰਮ ਵੀ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਸਾਹਿਬ ਥਿੰਦ ਨੇ ਕੈਨੇਡਾ ਵਿੱਚ ਗਦਰੀ ਬਾਬਿਆਂ ਦੀ ਯਾਦ ਵਿੱਚ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਦਾ ਗਠਨ ਕੀਤਾ ਹੋਇਆ ਹੈ। ਇਸ ਫਾਊਂਡੇਸ਼ਨ ਵੱਲੋਂ ਕੈਨੇਡਾ ਵਿੱਚ ਹਰ ਸਾਲ ਗਦਰੀ ਬਾਬਿਆਂ ਦੀ ਯਾਦ ਵਿੱਚ ਇੱਕ ਮੇਲਾ ਕਰਵਾਇਆ ਜਾਂਦਾ ਹੈ, ਜਿਹੜਾ ਕਿ ਆਪਣੀ ਕਿਸਮ ਦਾ ਵਿਲੱਖਣ ਮੇਲਾ ਹੋ ਨਿਬੜਿਆ ਹੈ। ਸਰਦਾਰ ਜਸਬੀਰ ਸਿੰਘ ਥਿੰਦ ਆਸਟ੍ਰੇਲੀਆ ਵਿੱਚ ਨਿਊ ਸਾਊਥ ਵੇਲਜ਼ ਵਿਭਾਗ ਵਿੱਚ ਦਰਜਾ ਇੱਕ ਕਰੈਕਸ਼ਨਲ ਅਧਿਕਾਰੀ ਨੇ। ਇਸ ਦੇ ਨਾਲ ਹੀ ਉਹ ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਦੇ ਜਨਰਲ ਸਕੱਤਰ ਵਜੋਂ ਵੀ ਸੇਵਾ ਨਿਭਾ ਰਹੇ ਨੇ। ਆਸਟ੍ਰੇਲੀਆ ਦੀ ਸਰਕਾਰ ਨੇ ਉਹਨਾਂ ਦੀਆਂ ਇਹਨਾਂ ਸਮਾਜਿਕ ਸਰਗਰਮੀਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਜਸਟਿਸ ਆਫ ਪੀਸ ਵੀ ਨਿਯੁਕਤ ਕੀਤਾ ਹੈ। ਉਹਨਾਂ ਵੱਲੋਂ ਸਮੇਂ-ਸਮੇਂ ਤੇ ਗੁਰਦੁਆਰਾ ਸਾਹਿਬ ਵਿਖੇ ਧਾਰਮਿਕ ਸਮਾਗਮ ਕਰਵਾਏ ਜਾਂਦੇ ਨੇ। ਸਰਦਾਰ ਅਜੀਤ ਸਿੰਘ ਥਿੰਦ ਇਟਲੀ ਦੇ ਸ਼ਹਿਰ ਰੋਮ ਵਿਖੇ ਗੁਰਦੁਆਰਾ ਸਾਹਿਬ ਗੋਬਿੰਦ ਸਰ ਲਵੀਨੀਓ ਦੇ ਪ੍ਰਧਾਨ ਨੇ। ਉਹ ਇਟਲੀ ਵਿੱਚ ਸਿੱਖੀ ਦੇ ਪ੍ਰਚਾਰ, ਪ੍ਰਸਾਰ ਅਤੇ ਹੋਰ ਸਮਾਜ ਸੇਵਾ ਦੇ ਕਾਰਜਾਂ ਨਾਲ ਨੇੜਿਓਂ ਜੁੜੇ ਹੋਏ ਨੇ।
ਸਰਦਾਰ ਸੀਤਲ ਸਿੰਘ ਚੀਨੀਆ ਪਿੰਡ ਦੇ ਅਜਿਹੇ ਵਿਅਕਤੀ ਨੇ ਜਿਨ੍ਹਾਂ ਨੇ ਸੰਨ 1985 ਵਿੱਚ ਕੰਪਿਊਟਰ ਵਿੱਦਿਆ ਹਾਸਲ ਕੀਤੀ। ਉਹ ਅੱਜ ਕੱਲ੍ਹ ਅਮਰੀਕਾ ਦੀ ਇੱਕ ਨਾਮੀ ਗ੍ਰਾਮੀ ਮੋਬਾਈਲ ਕੰਪਨੀ AT&T ਵਿੱਚ ਵੱਡੀ ਪੋਸਟ ਤੇ ਤਾਇਨਾਤ ਨੇ। ਹੁਣ ਗੱਲ ਕਰੀਏ ਪਿੰਡ ਦੀ ਸੱਥ ਦੀ, ਜਿਹੜੀ ਪਿੰਡ ਦੀ ਵਿਰਾਸਤ ਨੂੰ ਅੱਗੇ ਤੋਰਦੀ ਹੈ। ਇਸ ਪਿੰਡ ਦੀ ਸੱਥ ਚਰਸਤੇ ਜਾਂ ਖੁੱਲ੍ਹੇ ਮੋਕਲੇ ਰਾਹਾਂ ਵਿਚਾਲੇ ਬੈਠ ਕੇ ਤਾਸ਼, ਛਿਕੜੀ, 12 ਟਹਿਣੀ ਖੇਡਣਾ ਮੇਰੇ ਪਿੰਡ ਦੇ ਲੋਕਾਂ ਦਾ, ਮੇਰੇ ਪਿੰਡ ਦੇ ਵਸਨੀਕਾਂ ਦਾ, ਮੇਰੇ ਪਿੰਡ ਦੇ ਬਾਸ਼ਿੰਦਿਆਂ ਦਾ ਇੱਕ ਸੌਖਾ ਜਿਹਾ ਮਨ ਪਰਚਾਵਾ ਹੈ। ਇਸ ਮੌਕੇ ਪਿੰਡ ਦੀ ਹਰ ਖਬਰਸਾਰ ਵੀ ਇੱਕ ਦੂਜੇ ਰਾਹੀਂ ਮਿਲਦੀ ਰਹਿੰਦੀ ਹੈ। ਮੇਰੇ ਪਿੰਡ ਦੇ ਕਈ ਗਾਲੜੀ ਬੜੀਆਂ ਮੁਹਾਵਰੇਦਾਰ ਗੱਲਾਂ ਕਰਦੇ ਨੇ। ਗਰਮੀਆਂ ਸਰਦੀਆਂ ਨੂੰ ਸੱਥ ਵਿੱਚ ਪਏ ਖੁੰਡਾਂ, ਖੂਹਾਂ ਦੀਆਂ ਮੌਣਾਂ, ਭੱਠੀਆਂ, ਹੱਟੀਆਂ ਦੀਆਂ ਚੌਕੜੀਆਂ, ਉਹਨਾਂ ਦੇ ਅਸੈਂਬਲੀ ਅਤੇ ਮੀਟਿੰਗ ਹਾਲ ਹੁੰਦੇ ਨੇ। ਇਸ ਤੋਂ ਇਲਾਵਾ ਮਰਨੇ ਪਰਨੇ, ਕਾਣ ਮਕਾਨ ਸਮੇਂ ਜਿੱਥੇ ਵੀ 4 ਬੰਦੇ ਰਲ ਕੇ ਬੈਠਦੇ ਨੇ, ਗੱਲਾਂ ਵਿੱਚੋਂ ਗੱਲਾਂ ਨਿਕਲਦੀਆਂ ਹੀ ਆਉਂਦੀਆਂ ਨੇ। ਆਪਣੀ ਸਿਆਣਪ ਅਤੇ ਉਸਤਾਦੀ ਸਦਕੇ ਜਿਸ ਮਜ਼ਮੂਨ ਤੇ ਗੱਲ ਚੱਲੇ, ਠਾਹ ਮਣਕੇ ਤੇ ਮਣਕਾ ਸੁੱਟੀ ਜਾਂਦੇ ਨੇ ਅਤੇ ਸਭਾਵਾਂ ਨੂੰ ਮੌਕੇ ਮੁਤਾਬਕ ਸੁਹਾਵਣੀਆਂ ਬਣਾਉਂਦੇ ਰਹਿੰਦੇ ਨੇ। ਇਸ ਇਲਾਕੇ ਦੇ ਤਕਰੀਬਨ 100 ਪਿੰਡਾਂ ਦੇ ਗੁਰੂ ਘਰ ਨਾਲ ਪ੍ਰੇਮ ਰੱਖਣ ਵਾਲੇ ਸੇਵਕਾਂ ਵੱਲੋਂ ਇੱਕ ਗੁਰੂ ਨਾਨਕ ਸੇਵਕ ਜਥਾ ਬਣਾਇਆ ਹੋਇਆ ਹੈ, ਜਿਹੜਾ ਪੂਰੇ ਇਲਾਕੇ ਦੇ ਗੁਰਦੁਆਰਾ ਸਾਹਿਬਾਨ ਵਿੱਚ ਹੋਣ ਵਾਲੇ ਧਾਰਮਿਕ ਪ੍ਰੋਗਰਾਮਾਂ ਵਿੱਚ ਇਲਾਕੇ ਵਿੱਚੋਂ ਉਗਰਾਹੀ ਕਰਕੇ ਲੰਗਰ ਦੀ ਸੇਵਾ ਕਰਦਾ ਹੈ। ਇਹ ਸੇਵਕ ਜਥਾ ਸੰਨ 1979 ਵਿੱਚ ਬਣਿਆ ਸੀ। ਇਸ ਸੇਵਕ ਜਥੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਪਾਵਨ ਗੁਰਪੁਰਬ ਤੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ, ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਹਰ ਮਹੀਨੇ ਮੱਸਿਆ ਮੇਲਾ, ਸਤਾਈਆਂ ਮੇਲਾ ਮਾਘੀ, ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਠਾ ਵਿਖੇ ਹਰ ਮਹੀਨੇ ਪੁੰਨਿਆ ਵਿਖੇ ਲੰਗਰ ਦੀ ਸੇਵਾ ਕੀਤੀ ਜਾਂਦੀ ਹੈ। ਇਸ ਵਕਤ ਸਰਦਾਰ ਸਵਰਨ ਸਿੰਘ ਸੈਦਪੁਰ ਵਾਲੇ ਇਸ ਜਥੇ ਦੀ ਜਥੇਦਾਰ ਵਜੋਂ ਸੇਵਾ ਨਿਭਾ ਰਹੇ ਨੇ। ਉਹਨਾਂ ਤੋਂ ਇਲਾਵਾ ਪਿੰਡ ਠੱਟਾ ਵਿੱਚੋਂ ਸਰਦਾਰ ਬਲਬੀਰ ਸਿੰਘ ਬਜਾਜ, ਸਰਦਾਰ ਦਿਲਬਾਗ ਸਿੰਘ ਚੇਲਾ, ਸਰਦਾਰ ਸੂਬਾ ਸਿੰਘ, ਸਰਦਾਰ ਭਜਨ ਸਿੰਘ, ਸਰਦਾਰ ਬਲਵੰਤ ਸਿੰਘ, ਸਰਦਾਰ ਸੁਖਦੇਵ ਸਿੰਘ ਚੇਲਾ ਇਸ ਜਥੇ ਦੇ ਮੈਂਬਰ ਨੇ। ਉਰਦੂ ਦੇ ਕਿਸੇ ਸ਼ਾਇਰ ਦਾ ਕਥਨ ਹੈ, जो आशिक हैं शहादत के वो जीना छोड़ देते हैं, खिलौना जान जिस्म को खुशी से फोड़ देते हैं, ना जीने की तमन्ना है ना ताजो तख्त की हसरत, खुदा खुदाई भी दे उसे भी मोड़ देते हैं। हाँ जी, ये शेर पूरी तरह लागू हुंदा है महान शहीद, महान जोधे सिरलत सूर में शहीद ਊਧਮ ਸਿੰਘ ਸੁਨਾਮ ਤੇ। ਸ਼ਹੀਦ ਊਧਮ ਸਿੰਘ ਸੁਨਾਮ ਦਾ ਨਾਂ ਪੰਜਾਬ ਦੇ ਸ਼ਹੀਦਾਂ ਦੀ ਦਾਸਤਾਨ ਵਿੱਚ ਮੋਢਲੀ ਕਤਾਰ ਵਿੱਚ ਆਉਂਦਾ ਹੈ। ਸ਼ਹੀਦ ਊਧਮ ਸਿੰਘ ਦਾ ਸੰਬੰਧ ਪ੍ਰਸਿੱਧ ਅਤੇ ਸਿਰਕੱਢ ਕੰਬੋਜ ਬਰਾਦਰੀ ਨਾਲ ਜੁੜਨ ਕਰਕੇ ਪਿੰਡ ਠੱਟਾ ਪੁਰਾਣਾ ਵਿਖੇ ਸ਼ਹੀਦ ਊਧਮ ਸਿੰਘ ਦਾ ਸਮਾਰਕ ਯਾਨੀ ਉਹਨਾਂ ਦੀ ਯਾਦਗਾਰ ਬਣੀ ਹੋਈ ਹੈ। ਪਿੰਡ ਠੱਟਾ ਪੁਰਾਣਾ ਤੋਂ ਹੀ ਅਮਰੀਕਾ ਵਿੱਚ ਵਸ ਰਹੇ ਸਰਦਾਰ ਸੁੱਖਾ ਸਿੰਘ ਮੁੱਤੀ ਵੱਲੋਂ ਇਸ ਮਹਾਨ ਸ਼ਹੀਦ ਦੇ ਸਮਾਰਕ ਦਾ ਨਿਰਮਾਣ ਕਰਵਾਇਆ ਗਿਆ। ਇਸ ਸਥਾਨ ਤੇ ਸ਼ਹੀਦ ਊਧਮ ਸਿੰਘ ਦਾ ਜਨਮ ਅਤੇ ਸ਼ਹੀਦੀ ਦਿਹਾੜਾ ਪੂਰੇ ਇਲਾਕੇ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਹਰ ਵਰੇ ਮਨਾਇਆ ਜਾਂਦਾ ਹੈ। ਲੋਕ ਜੁੜਦੇ ਨੇ ਉਸ ਅਜ਼ੀਮ ਸ਼ਹੀਦ ਨੂੰ ਨਜ਼ਰਾਨਾ ਅਕੀਦਤ ਸ਼ਰਧਾ ਦੇ ਫੁੱਲ ਭੇਟ ਕਰਨ ਲਈ। ਸਰਦਾਰ ਅਰਜਨ ਸਿੰਘ ਜਾਂਗਲਾ ਦੀ ਯਾਦ ਵਿੱਚ ਮਾਸਟਰ ਮਹਿੰਗਾ ਸਿੰਘ ਮੋਮੀ ਦੀ ਸਰਪ੍ਰਸਤੀ ਹੇਠ ਪਿੰਡ ਠੱਟਾ ਵਿੱਚ ਸੁਰਗਵਾਸੀ ਮਾਸਟਰ ਅਰਜਨ ਸਿੰਘ ਜਾਂਗਲਾ ਹੈਲਪਲਾਈਨ ਆਰਗੇਨਾਈਜੇਸ਼ਨ ਚਲਾਈ ਜਾ ਰਹੀ ਹੈ। ਇਹ ਸੰਸਥਾ ਬਹੁਤ ਹੀ ਸ਼ਲਾਘਾਯੋਗ ਕਾਰਜ ਕਰ ਰਹੀ ਹੈ, ਜਿਸ ਅਧੀਨ ਲੋੜਵੰਦਾਂ ਨੂੰ ਸਮੇਂ-ਸਮੇਂ ਤੇ ਕਣਕ, ਸਾਈਕਲ, ਵਰਦੀਆਂ, ਪੱਖੇ ਅਤੇ ਵਾਟਰ ਫਿਲਟਰ ਭੇਟ ਕੀਤੇ ਗਏ ਨੇ। ਪਿੰਡ ਠੱਟਾ ਨਵਾਂ ਅਤੇ ਪਿੰਡ ਠੱਟਾ ਪੁਰਾਣਾ ਦੇ ਨੌਜਵਾਨਾਂ ਵੱਲੋਂ ਇਹਨਾਂ ਦੋਹਾਂ ਪਿੰਡਾਂ ਦੇ ਵਿਕਾਸ ਅਤੇ ਸੱਭਿਆਚਾਰਕ ਸਰਗਰਮੀਆਂ ਲਈ 3 ਕਲੱਬ ਬਣਾਏ ਹੋਏ ਨੇ, ਜਿਹੜੇ ਕਿ ਮਿਲ ਜੁਲ ਕੇ ਆਪਸੀ ਮਿਲਵਰਤਨ ਨਾਲ ਲੋਕ ਭਲਾਈ ਦੇ ਕਾਰਜ ਕਰਦੇ ਨੇ, ਜਿਨ੍ਹਾਂ ਵਿੱਚ ਆਲੇ ਦੁਆਲੇ ਦੀ ਸਫਾਈ, ਬੂਟੇ ਲਾਉਣੇ ਅਤੇ ਸਮਾਜ ਭਲਾਈ ਦੇ ਹੋਰ ਕੰਮ ਸ਼ਾਮਲ ਨੇ।
ਇਹਨਾਂ ਕਲੱਬਾਂ ਦੇ ਨਾਂ ਨੇ ਬਾਬਾ ਵੀਰ ਸਿੰਘ ਯੁਵਕ ਸੇਵਾਵਾਂ ਕਲੱਬ ਠੱਟਾ ਨਵਾਂ, ਸ਼ਹੀਦ ਬਾਬਾ ਵੀਰ ਸਿੰਘ ਸਪੋਰਟਸ ਐਂਡ ਕਲਚਰਲ ਕਲੱਬ ਠੱਟਾ ਪੁਰਾਣਾ ਅਤੇ ਸੰਤ ਬਾਬਾ ਕਰਤਾਰ ਸਿੰਘ ਸਪੋਰਟਸ ਕਲੱਬ ਠੱਟਾ ਪੁਰਾਣਾ। ਇਉਂ ਅਸੀਂ ਵੇਖਦੇ ਹਾਂ ਕਿ ਇਹ ਇਤਿਹਾਸਿਕ ਅਤੇ ਤਾਰੀਖੀ ਪਿੰਡ ਹਰ ਪੱਖ ਤੋਂ, ਹਰ ਨੁਕਤਾ ਨਿਗਾਹ ਤੋਂ, ਹਰ ਲਿਹਾਜ਼ ਤੋਂ, ਹਰ ਜ਼ਾਵੀਏ ਤੋਂ ਮਾਣਮੱਤਾ ਇਤਿਹਾਸ, ਪਿਛੋਕੜ, ਅਨਮੋਲ ਵਿਰਸਾ ਆਪਣੀ ਬੁੱਕਲ ਵਿੱਚ ਸਮੋਈ ਬੈਠਾ ਹੈ। ਇਹ ਨਾ ਸਿਰਫ ਜ਼ਿਲ੍ਹਾ ਕਪੂਰਥਲਾ ਦਾ ਬਲਕਿ ਸਮੁੱਚੇ ਪੰਜਾਬ ਦਾ ਨਗੀਨਾ ਪਿੰਡ ਹੈ। ਇਸ ਪਿੰਡ ਦੀ ਗੱਲ ਇੱਕ ਦਸਤਾਵੇਜ਼ੀ ਫਿਲਮ ਦੀ ਮੁਹਤਾਜ ਨਹੀਂ, ਪਰ ਫਿਰ ਵੀ ਅਸਾਂ ਤੁਹਾਡੇ ਨਾਲ ਇਸ ਰਾਹੀਂ ਕੁਝ ਸਾਂਝ ਪਾਉਣ ਦਾ ਨਿਮਾਣਾ ਯਤਨ ਕੀਤਾ ਹੈ। ਆਸ ਹੈ ਕਿ ਆਪ ਇਸ ਨੂੰ ਪਸੰਦ ਕਰੋਗੇ ਅਤੇ ਇਸ ਤੋਂ ਪ੍ਰੇਰਨਾ ਲੈਂਦੇ ਹੋਏ ਆਪੋ ਆਪਣੇ ਪਿੰਡਾਂ ਨੂੰ ਵੀ ਨਵਾਂ ਨਿਵੇਕਲਾ ਰੂਪ ਦੇਣ ਦਾ ਯਤਨ ਕਰੋਗੇ। ਤੇ ਆਖਰ ਵਿੱਚ ਗੱਲ ਇਸ ਪਿੰਡ ਦੀ ਇੱਕ ਬਹੁਤ ਹੀ ਵਧੀਆ ਵਿਰਾਸਤ ਦੀ। ਇਸ ਪਿੰਡ ਤੇ ਇੱਕ ਕਹਾਵਤ ਬਹੁਤ ਢੁਕਦੀ ਹੈ, ਉਹ ਹੈ ਇਸ ਦੀ ਪ੍ਰਾਹੁਣਾਚਾਰੀ ਦੀ। ਪਿੰਡ ਦੇ ਬਜ਼ੁਰਗਾਂ ਨੇ ਇਸ ਪਿੰਡ ਦੀ ਮਹਿਮਾਨ ਨਵਾਜ਼ੀ ਦੇ ਕਾਰਨ ਹੀ ਇੱਕ ਕਹਾਵਤ ਬਣਾਈ ਸੀ ਜੋ ਬੱਚੇ ਬੱਚੇ ਦੀ ਜ਼ਬਾਨ ਤੇ ਹੈ, ਠੱਠਾ ਸ਼ਹਿਰ ਨਗੀਨਾ ਆਇਆ ਇੱਕ ਦਿਨ ਰਹਿ ਗਿਆ ਮਹੀਨਾ। ਕਹਿਣ ਦਾ ਮਤਲਬ ਇਹ ਕਿ ਠੱਟਾ ਪਿੰਡ ਦੇ ਲੋਕ ਇੰਨੇ ਮਿਲਾਪੜੇ, ਇੰਨੇ ਦੋਸਤਾਨਾ, ਇੰਨੇ ਮਹਿਮਾਨ ਨਵਾਜ਼ ਅਤੇ ਇੰਨੇ ਨਿੱਘੇ ਨੇ, ਪੁਰਖਲੂਸ ਨੇ ਕਿ ਕੋਈ ਵੀ ਪ੍ਰਾਹੁਣਾ, ਕੋਈ ਵੀ ਮਹਿਮਾਨ ਇੱਥੇ ਇੱਕ ਦਿਨ ਲਈ ਰਹਿਣ ਦਾ ਮਨ ਬਣਾ ਕੇ ਆਉਂਦਾ ਹੈ। ਪਰ ਇੱਥੋਂ ਦਾ ਪੌਣ ਪਾਣੀ, ਪਿੰਡ ਵਾਸੀਆਂ ਦਾ ਸੁਭਾਅ, ਉਹਨਾਂ ਦਾ ਖਲੂਸ, ਉਹਨਾਂ ਦੀ ਮੁਹੱਬਤ, ਉਹਨਾਂ ਦਾ ਨਿੱਘ ਅਤੇ ਉਹਨਾਂ ਦੀ ਪ੍ਰਾਹੁਣਾਚਾਰੀ ਦੇਖ ਕੇ ਇੱਥੇ ਮਹੀਨਾ ਪੀਨਾ ਰਹਿ ਕੇ ਫਿਰ ਜਾਂਦਾ ਹੈ ਅਤੇ ਇਸ ਪਿੰਡ ਨੂੰ ਸਜਦਾ ਕਰਕੇ ਜਾਂਦਾ ਹੈ। ਸ਼ਾਲਾ ਇਹ ਪਿੰਡ ਇਸੇ ਤਰ੍ਹਾਂ ਹੱਸਦਾ ਵਸਦਾ ਰਹੇ, ਆਬਾਦ ਰਹੇ, ਸ਼ਾਦਾਬ ਰਹੇ। ਇਹ ਪਿੰਡ ਸਮੁੱਚੇ ਪੰਜਾਬੀ ਭਾਈਚਾਰੇ ਦਾ ਮਾਣ ਹੈ, ਫਖਰ ਹੈ। ਤਾਂ ਹੀ ਤਾਂ ਇੱਕ ਸ਼ਾਇਰ ਦਾ ਇਹ ਕਲਾਮ ਇਸ ਪਿੰਡ ਤੇ ਢੁਕਦਾ ਹੈ, ਆਵੇ ਮਿੱਤਰਾ ਸ਼ਹਿਰ ਦਿਆ ਤੈਨੂੰ ਆਪਣਾ ਪਿੰਡ ਵਿਖਾਵਾਂ, ਪਿੰਡ ਮੇਰੇ ਵਿੱਚ ਰੱਬ ਵਸਦਾ ਤੈਨੂੰ ਉਸ ਦੀ ਦੀਦ ਕਰਾਵਾਂ।